जिन्हां ने एक किताब अजे कल ही जिस दिन पंजाबी भाषा दिवस सी उस दिन किताब रिलीज़ की है। तो उस किताब दे विच जिहड़ी खास करके दूजी गदर लहर का जिहड़ा बिगल है, क्योंकि गदर लहर इत्थों आरंभ हुई सी, कनेडा ते अमेरिका चों आरंभ हुई सी। सो पंजाबी माँ बोली का जिहड़ा दूजा बिगल है वह भी इत्थों ही वजिया। सो उस किताब का रिलीज़ समारोह जिहड़ा कल होया है ਉਹਦੇ ਵਿੱਚ ਸਕੂਲਾਂ 'ਚ ਜਾ ਜਾ ਕੇ ਬੱਚਿਆਂ ਨੂੰ ਦੱਸਿਆ ਗਿਆ ਹੈ ਕਿ ਬੇਟਾ ਜੀ ਤੁਹਾਡੀ ਮਾਂ ਬੋਲੀ ਦਾ ਤੁਹਾਡੇ ਨਾਲ ਕਿੰਨਾ ਕੁ ਪਿਆਰ ਹੋਣਾ ਚਾਹੀਦਾ। ਅਧਿਆਪਕ ਤੁਰ ਪਏ ਨੇ, ਚਿੰਤਕ ਤੁਰ ਪਏ ਨੇ, ਤੇ ਖਾਸ ਕਰਕੇ ਲੁਧਿਆਣੇ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਰਹਿ, ਪੰਜਾਬ ਦੇ ਵਿੱਚ ਸਭ ਤੋਂ ਲੰਮਾ ਸਮਾਂ ਡਿਸਟ੍ਰਿਕਟ ਅਟਾਰਨੀ ਕਹਿੰਦੇ ਜਿਹੜਾ ਸਰਕਾਰੀ ਵਕੀਲ ਹੁੰਦਾ ਹੈ ਜੀ, ਬਿਲਕੁਲ। ਤੇ ਲੰਮੇ ਸਮੇਂ ਤੋਂ ਵਕਾਲਤ ਨਾਲ ਜੁੜੇ ਹੋਏ ਉਹਨਾਂ ਦੇ ਨਾਵਲ ਨੇ ਜਿਹੜੇ ਉਹ ਅੱਜ ਯੂਨੀਵਰਸਿਟੀਆਂ ਦੇ ਵਿੱਚ ਲੱਗੇ ਹੋਏ ਨੇ, ਬੱਚੇ ਉੱਤੇ ਰਿਸਰਚ ਕਰ ਰਹੇ ਨੇ। यानी कि महकमे च रह के तफ्तीश नावल लिखना कोई सौखा काम नहीं। तुसीं महकमे च रह रहे हो तो महकमे के बाबत लिख रहे हो, बहुत औखा। इसे करके जिहड़ी पंजाबी भाषा पसार भाईचारा होण दे विच आया, ਉਹਦੇ लीगल टीम है जिहड़ी कानूनी सलाहकार ने एडवोकेट मित्र सैनमीत, अज उन्हां नाल गलबात करदे हां आपां जी। बिल्कुल जी, ऐ कहंदे आ जी असीं तुहानूं साडे वल्लों तुहानूं बहुत बहुत जी आਇਆਂ ਨੂੰ ਤੇ ਸਾਡੇ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ जी। जी। तो खास करके कौमांतरी माँ बोली दिवस के मौके पंजाबी भाषा पसार दे विदेशों जिहड़ियां 13 मुल्कां दे विच इकाइयां ने उन्हां वल्लों पंजाबी माँ बोली दे कानूनी रखवाले पंजाब च बैठे ने ते समूह दर्शकों नूं साडे वल्लों बहुत बहुत वधाइयां जी। जी हाँ जी, मीत जी की कहना चाहोगे अज दे इस विशेष दिहाड़े दे उत्ते तुहाडा की प्रतिक्रम है, किहो जिहा मनाया गया पंजाब दे विच? जी देखो, आपां 2 साल पहला ही, बहुता लंबा नहीं, कनेडा दे विच जदों तुसीं दूजा बिगल वजाया सीगा माँ बोली नूं आज़ाद कराउण दा, पंजाब दे विच पहला सीगा माँ धरती माँ नूं आज़ाद कराउण दा 100 साल पहला पंजाबी गदरी बाबिਆਂ ने वैनकूवर तो, ते हुण 2.5 साल पहला तुसीं फिर दोबारा 100 साल बाद माँ बोली पंजाबी जिहड़ी हुण अपनी गर्क हुंदी जा रही सी पंजाब 'च, ਉਹਨੂੰ बचाउण लई जो बिगल वजाया सी ਉਹਦਾ असर इन्ना होया है। जे तुसीं देखो भी 2-2.5 साल पहला, जो 2 साल पहला ਜਿਹੜਾ अंतरराष्ट्री माँ बोली दिवस ਸੀਗਾ ਉਹਨੂੰ ਕੋਈ ਚਿੱਤ ਚੇਤੇ नहीं सी ਕਿਸੇ ਨੂੰ, कोई सरकार, कोई यूनिवर्सिटी, कोई होर अदारे इस दिवस ਨੂੰ पंजाब ਦੇ ਵਿੱਚ नहीं सी मनाउंदे। पर जदों आपां बिगल वजाया, सरकार दे कुंडे खड़काए, दरवाजे खड़काए, अकाल तख्त साहब ते गए, SGPC कोल गए, सरकार कोल गए, जिहड़ियां साडियां ओपोजिशन पार्टियां उन्हां कोल गए, तां उहदी इन्नी जागृति आई है भी अज जदों माँ बोली दिवस अंतरराष्ट्री, तां पंजाब दा कोई अखबार नहीं है जिसने खास पन्ना इस माँ बोली नूं ना दिता होवे। सरकार ने ਇਹਦਾ ਸਮਾਗਮ ਕਲਾ ਪਰਿਸ਼ਦ ਨੇ ਚੰਡੀਗੜ੍ਹ ਦੇ ਵਿੱਚ ਮਨਾਇਆ, ਸਾਰੀਆਂ ਜਿਹੜੇ ਸਾਹਿਤਕ ਅਦਾਰੇ ਹੈ ਉਹਨਾਂ ਨੇ ਸਾਰੇ ਜਿਹੜੇ ਸਮਾਗਮ ਹੈ ਉਹ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਕੇ, ਮਾਂ ਬੋਲੀ ਪੰਜਾਬੀ ਦੀ ਆਵਾਜ਼ ਹੈ ਜਿਹੜੀ 2 ਸਾਲ 'ਚ ਹੀ ਇੰਨੀ ਬੁਲੰਦ ਹੋ ਗਈ ਹੈ ਵੀ ਇਹ ਹੁਣ ਜਿਹੜੀ ਅਸੀਂ ਪਹਿਲਾਂ ਕੁਲਦੀਪ ਨਈਅਰ ਸਾਹਿਬ ਦੀ ਗੱਲ ਕਰੀ ਹੈ ਉਹ ਸੱਚਮੁੱਚ ਹੀ ਕਹਿ ਕੇ ਗਏ ਸੀਗੇ ਵੀ ਜਾ ਸਕਦੀ ਹੈ ਪੰਜਾਬੀ, ਪਰ ਹੁਣ ਅਸੀਂ ਉਹ ਜਾਣ ਤੋਂ ਮੋੜ ਲਈ ਹੈ। ਇਹ ਸਾਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਸਾਰੇ ਪਾਸੇ ਪੰਜਾਬ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਮਾਂ ਬੋਲੀ ਪੰਜਾਬੀ ਦਾ ਜਿਹੜਾ ਅੰਤਰਰਾਸ਼ਟਰੀ ਦਿਵਸ ਸੀਗਾ ਅਸੀਂ ਬੜੀ ਹੀ ਧੂਮਧਾਮ ਨਾਲ ਮਨਾਇਆ, ਔਰ ਸਭ ਦੇ ਕੰਨੀ ਇਹ ਗੱਲ ਗਈ ਹੈ ਵੀ ਹੁਣ ਮਾਂ ਬੋਲੀ ਪੰਜਾਬੀ ਨੂੰ ਸਰਕਾਰੀ ਦਰਬਾਰੇ ਪਰਿਵਾਰ 'ਚ ਸਿੱਖਿਆ 'ਚ ਬਣਦੀ ਥਾਂ ਦੇਣੀ ਪਵੇਗੀ। ਇਹ ਸਾਡੇ ਲਈ ਔਰ ਤੁਹਾਡੇ ਲਈ ਜੋ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਜੜ੍ਹਾਂ ਲਾਉਣ ਵਾਲੇ ਹੋ, ਤੇ ਅਸੀਂ ਇਹਨੂੰ ਪਾਣੀ ਲਾ ਰਹੇ ਹਾਂ ਇੱਧਰ, ਇਹਨਾਂ ਸਾਰਿਆਂ ਲਈ ਇਹ ਖੁਸ਼ੀ ਦਾ ਮੌਕਾ ਹੈ ਵੀ ਅਸੀਂ ਹੁਣ ਮਾਂ ਬੋਲੀ ਪੰਜਾਬੀ ਦੀ ਆਵਾਜ਼ ਹੈ ਜਿਹੜੀ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਇਹ ਖੁਸ਼ੀ ਦੀ ਗੱਲ ਹੈ ਜੀ ਸਾਡੇ ਲਈ। ਜੀ ਬਹੁਤ ਵਧੀਆ ਜੀ। ਜਿਹੜੀ ਇਹੋ ਕਹਿੰਦੇ ਕਿ ਛੇਤੀ ਹੀ ਸਮਾਂ ਰਹਿੰਦੇ ਜਿਹੜਾ ਇਸ ਨੂੰ ਸਾਂਭ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ। ਤੇ ਹੁਣ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਤੋਂ ਸ਼ੁਰੂ ਕਰਦੇ ਹਾਂ ਕਿ ਉੱਥੇ ਪਤਾ ਲੱਗਾ ਕਿ ਸਾਹਿਤ ਅਕੈਡਮੀ ਦਿੱਲੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ
ਮੈਂਬਰਾਂ 'ਚ ਕਹਿੰਦੇ ਕੋਈ ਕਾਟੋ ਕਲੇਸ਼ ਛਿੜਿਆ ਹੈਗਾ, ਇਹ ਕਿਹੜਾ ਕਾਟੋ ਕਲੇਸ਼ ਆ? ਇਹ ਉਹੀ ਜਿਹੜੀ ਮਾਂ ਬੋਲੀ ਨੂੰ ਢਾਹ ਲੱਗੀ ਸੀ ਨਾ, ਉਹਦਾ ਵੱਡਾ ਕਾਰਨ ਇਹ ਹੈ ਵੀ ਹੌਲੀ ਹੌਲੀ ਜਿਵੇਂ ਸਾਡੀ ਸਿਆਸਤ ਦੇ ਵਿੱਚ ਪਰਿਵਾਰ ਜਿਹੜੇ ਸੀ ਛਾ ਗਏ, ਨੂੰਹ ਵੀ MP, ਪੁੱਤ ਵੀ MP, ਤੇ ਸਾਰਾ ਜਿਹੜਾ ਜਵਾਈ ਵੀ ਮੰਤਰੀ। ਉਹ ਗੱਲ ਹੈ ਜਿਹੜੀ, ਉਹੀ ਚੀਜ਼ ਪੰਜਾਬੀ ਸਾਹਿਤ ਦੇ ਜਿਹੜੀਆਂ ਸੰਸਥਾਵਾਂ ਨੇ ਉਹਦੇ ਉੱਤੇ ਸਿਰਫ 20 ਕੁ ਬੰਦਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਔਰ ਉਹ ਵਰਤਮਾਨ ਕੇਂਦਰ ਸਰਕਾਰ ਵਾਂਗੂ ਇਹ ਚਾਹੁੰਦੇ ਨੇ ਵੀ ਅਸੀਂ ਫਟਾਫਟ ਜਿਹੜਾ ਖਜ਼ਾਨਾ ਹੈ ਸਰਕਾਰਾਂ ਦਾ ਉਹ ਲੁੱਟ ਕੇ ਜੇਬ 'ਚ ਪਾ ਲਈਏ। ਹੁਣ ਜਿਹੜਾ ਪੰਜਾਬੀ ਸਲਾਹਕਾਰ ਬੋਰਡ ਹੈ ਸਾਹਿਤ ਅਕੈਡਮੀ ਦਿੱਲੀ ਦਾ, ਉਹਦੇ 10 ਮੈਂਬਰ ਹੁੰਦੇ ਹੈ। ਉਹਦੇ ਵਿੱਚ ਇੱਕ ਮੈਂਬਰ ਹੈ ਜਿਹੜਾ ਉਹ 20 ਸਾਲ ਤੋਂ ਲਗਾਤਾਰ ਮੈਂਬਰ, ਕਨਵੀਨਰ, ਮੈਂਬਰ, ਉੱਪਰਲੀ ਬਾਡੀ ਦੇ ਵਿੱਚ ਮੈਂਬਰ ਚਲੇ ਆ ਰਿਹਾ ਹੈ। ਉਹੀ ਭਾਸ਼ਾ ਵਿਭਾਗ ਦਾ ਜਿਹੜਾ ਸਲਾਹਕਾਰ ਬੋਰਡ ਹੈ ਜਿਹਨੇ ਨਾਮ ਦਿੱਤੇ ਆ, ਇੱਥੇ ਹੈ ਵੀ ਹੈ। ਉਹੀ ਯੂਨੀਵਰਸਿਟੀਆਂ 'ਚ ਹੋਰਾਂ 'ਚ ਉਹ ਧੜਾ ਜਿਹੜਾ ਹੈਗਾ ਉਹ ਕਾਬਜ਼ ਹੈ। ਤੇ ਉਹ ਚਾਹੁੰਦਾ ਸੀਗਾ ਵੀ ਇਹ ਜਿਹੜੀ ਸਾਹਿਤ ਅਕੈਡਮੀ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੈ, ਪੁਰਸਕਾਰ ਹੈ, ਜਿਹੜਾ ਨੈਸ਼ਨਲ ਅਵਾਰਡ ਹੈ, ਪੁਰਸਕਾਰ ਹੈ, ਸਾਹਿਤ ਅਕੈਡਮੀ ਪੁਰਸਕਾਰ, ਉਹ ਸਭ ਤੋਂ ਵੱਡਾ ਇੱਕ ਪੁਰਸਕਾਰ ਹੈ ਜਿਹਨੂੰ ਮਿਲਦਾ ਹੈ ਸਾਹਿਤਕਾਰ ਨੂੰ। ਉਹ ਸਮਝਦਾ ਵੀ ਮੈਂ ਸੁਭਾਗਾ ਹੈ ਔਰ ਉਹਦੀ ਨੈਸ਼ਨਲ ਇੰਟਰਨੈਸ਼ਨਲ ਪੱਧਰ 'ਤੇ ਪਹਿਚਾਣ ਬਣਦੀ ਹੈ। ਤਾਂ ਉਹਦੇ ਲਈ ਇੱਕ ਜਿਊਰੀ ਬਣਦੀ ਹੈ 3 ਮੈਂਬਰੀ। ਉਹ ਜਿਹੜੀ ਜਿਊਰੀ ਹੈ ਉਹਦਾ ਜਿਹੜੇ ਪੈਨਲ ਬਣਦਾ 10 ਮੈਂਬਰਾਂ ਦਾ, 8 ਮੈਂਬਰਾਂ ਦਾ, ਉਹ ਜਿਹੜਾ ਸਲਾਹਕਾਰ ਬੋਰਡ ਹੈ ਪੰਜਾਬੀ ਭਾਸ਼ਾ ਦਾ ਉਹ ਬਣਾਉਂਦਾ। ਤੇ ਫਿਰ ਜਿਹੜੀ ਪੰਜਾਬੀ ਜਿਹੜੀ ਸਾਹਿਤ ਅਕੈਡਮੀ ਦਾ ਪ੍ਰਧਾਨ ਹੈ, ਜਿਹੜਾ ਸਾਰੇ ਇੰਡੀਆ ਦੀਆਂ ਸਾਰੀਆਂ ਭਾਸ਼ਾਵਾਂ ਦੇ ਹੈੱਡ ਹੁੰਦਾ ਹੈ, ਉਹਦੇ ਕੋਲੇ ਜਾਂਦਾ ਹੈ। ਉਹ ਜਿਹੜੇ 3 ਮੈਂਬਰ ਨੇ ਉਹਨਾਂ ਤੋਂ ਚੁਣ ਲੈਂਦਾ ਹੈ ਤੇ ਉਹ ਜਿਹੜੀ ਜਿਊਰੀ ਬਣਦੀ ਹੈ। ਉਹ ਜਿਊਰੀ ਹੈ ਜਿਹੜੀ ਤਕਰੀਬਨ, ਕਿਉਂਕਿ 22 ਭਾਸ਼ਾਵਾਂ ਨੇ, ਪ੍ਰਧਾਨ ਨੂੰ ਤਾਂ ਹਰ ਭਾਸ਼ਾ ਦੇ ਮਾਹਰਾਂ ਦਾ ਪਤਾ ਨਹੀਂ ਹੁੰਦਾ। ਉਹ ਜਨਰਲੀ ਜਿਹੜਾ ਕਨਵੀਨਰ ਹੁੰਦਾ ਹੈ, ਸਲਾਹਕਾਰ ਬੋਰਡ ਹੈ ਸਾਡਾ ਪੰਜਾਬੀ ਦਾ, ਉਹਦੀ ਰਾਏ ਨਾਲ ਉਹ 3 ਮੈਂਬਰ ਚੁਣ ਲੈਂਦਾ ਤੇ ਉਸੇ ਨੂੰ ਕਹਿੰਦੇ ਆ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਤੇ ਇਹਨੇ ਅਗਲੀ ਕਾਰਵਾਈ ਚਲਾਉਣ। ਕਹਿਣ ਦਾ ਮਤਲਬ ਇਹ ਵੀ ਕਨਵੀਨਰ ਹੈ ਜਿਹੜਾ ਉਹਨੂੰ ਪਤਾ ਹੁੰਦਾ ਹੈ ਵੀ ਕਿਹੜੇ ਜਿਊਰੀ ਮੈਂਬਰ ਹੈ। ਤੇ ਇੱਥੇ ਕਲੇਸ਼ ਪਿਆ ਹੋਇਆ ਇਹਨਾਂ ਦਾ। ਜੜ ਇਹ ਆ ਜਿਹੜਾ ਪੁਰਾਣਾ ਕਨਵੀਨਰ ਹੈ, ਜਿਹੜਾ ਪਹਿਲਾ ਕਨਵੀਨਰ ਹੈ, ਉਹ ਕਹਿੰਦਾ ਵੀ ਮੈਨੂੰ ਪਤਾ ਹੁੰਦਾ ਸੀ ਜਦੋਂ ਵੀ ਕਿਹੜੇ ਕਨਵੀਨਰ ਜਿਊਰੀ ਮੈਂਬਰ ਨੇ, ਉਹਨਾਂ ਨੂੰ ਅਸੀਂ ਅਪਰੋਚ ਕਰ ਲੈਂਦੇ ਸੀ। ਤੁਸੀਂ ਕਿਉਂ ਨਹੀਂ? ਹੁਣ ਵਾਲਾ ਜਿਹੜਾ ਕਨਵੀਨਰ ਹੈ ਉਹ ਔਰਤ ਹੈ, ਆਪਣੀ ਬੀਬੀ ਹੈ। ਉਹ ਧੜੇ ਆ ਜਿਹੜੇ ਥੋੜ੍ਹੇ ਜਿਹੇ 2 ਵੱਖ ਹੈ। ਉਹਦੇ ਨਾਲ ਇੱਕ ਮੈਂਬਰ ਹੈ, 10 ਚੋਂ 8 ਮੈਂਬਰ ਇੱਕ ਪਾਸੇ ਹੈ। ਉਹ ਜਿਹੜੇ 8 ਮੈਂਬਰ ਸੀ, ਉਹਦਾ ਜਿਹੜਾ ਕਨਵੀਨਰ ਹੈ ਸਾਬਕਾ, ਉਹ ਚਾਹੁੰਦਾ ਸੀ ਉਹਨੂੰ, ਇਹ ਲਿਖਤੀ ਗੱਲਾਂ ਨੇ, ਉਹਨਾਂ ਨੇ ਕੰਪਲੇਂਟ ਕੀਤੀ 8 ਮੈਂਬਰਾਂ ਨੇ ਕਨਵੀਨਰ ਦੇ ਖਿਲਾਫ। ਉਹ ਚਿੱਠੀਆਂ ਆਪਣੇ ਕੋਲ ਨੇ, ਆਪਾਂ ਆਪਣੀ ਜਿਹੜੀ ਵੈਬਸਾਈਟ ਆ ਉਹਦੇ 'ਤੇ ਪਾਈਆਂ ਹੋਈਆਂ। ਉਹਦੇ 'ਚ ਉਹਨੇ ਸਪਸ਼ਟ ਐਲੀਗੇਸ਼ਨ ਲਾਇਆ ਵੀ ਇਹ ਜਿਹੜੀ ਕਨਵੀਨਰ ਹੈ ਵਰਤਮਾਨ, ਇਹ ਜਿਊਰੀ ਮੈਂਬਰਾਂ ਨੂੰ ਅਪਰੋਚ ਕਰਦੀ ਹੈ ਔਰ ਇਹ ਉਹਨਾਂ ਨੂੰ ਅਪਰੋਚ ਕਰਕੇ ਆਪਣੀ ਮਰਜ਼ੀ ਦੇ ਸਾਹਿਤਕਾਰਾਂ ਨੂੰ ਨੈਸ਼ਨਲ ਪੁਰਸਕਾਰ ਦਿਵਾਉਂਦੀ ਹੈ। ਇਹ ਲਿਖਤੀ ਐਲੀਗੇਸ਼ਨ ਹੈ। ਜਦੋਂ ਇਹਦਾ ਉਹਨੇ ਜਵਾਬ ਦਿੱਤਾ ਕਨਵੀਨਰ ਨੇ, ਤਾਂ ਉਹਨੇ ਲਿਖ ਕੇ ਦਿੱਤਾ ਵੀ ਮੈਂ ਨਹੀਂ ਕਹਿੰਦੀ, ਮੈਂ ਤਾਂ ਕਹਿੰਦੀ ਹਾਂ ਵੀ ਪ੍ਰਧਾਨ ਨੂੰ ਪਤਾ ਹੈ। ਇਹ ਲਿਖਤੀ ਗੱਲਾਂ ਨੇ ਜਿਹੜੀਆਂ ਆਪਾਂ ਗੱਲ ਕਰਦੇ ਹਾਂ, ਇੰਟਰਨੈਸ਼ਨਲ ਪਲੇਟਫਾਰਮ 'ਤੇ ਗੱਲ ਕਰਦੇ ਹਾਂ। ਉਹ ਕਹਿੰਦੀ ਵੀ ਇਹ ਕਨਵੀਨਰ ਹੈ ਜਿਹੜਾ ਮੈਨੂੰ ਕਹਿੰਦਾ ਸੀ ਵੀ ਜਦੋਂ ਮੈਂ ਕਨਵੀਨਰ ਸੀ ਤਾਂ ਜਦੋਂ ਮੈਨੂੰ ਪਤਾ ਹੁੰਦਾ ਸੀ, ਤੈਨੂੰ ਕਿਉਂ ਨਹੀਂ ਪਤਾ? ਤੂੰ ਸਾਨੂੰ ਜਾਣ ਕੇ ਨਹੀਂ ਦੱਸਦੀ। ਉਹ ਕਹਿੰਦੀ ਲਿਖਤੀ ਤੌਰ 'ਤੇ ਕਨਵੀਨਰ ਵਰਤਮਾਨ ਆ ਵੀ ਇਹ ਅਪਰੋਚ ਕਰਦੇ ਨੇ, ਮੈਨੂੰ ਦਬਾਅ ਬਣਾਉਂਦੇ ਨੇ। ਇਹ ਜਿਹੜਾ ਕਾਟੋ ਕਲੇਸ਼ ਇੱਕ ਤਾਂ ਇਹ ਸੀ ਵੀ ਪੁਰਸਕਾਰ ਹੈ ਜਿਹੜੇ ਉਹ। ਪਰ ਇਹਦੇ ਨਾਲ ਮੀਤ ਜੀ, ਮੈਂ ਥੋੜਾ ਜਿਹਾ ਹੋਰ ਅੱਗੇ ਤੋਰਾਂ ਗੱਲਬਾਤ ਨੂੰ, ਕਿ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਅਕੈਡਮੀ ਦੇ ਜਿਹੜੇ ਬੋਰਡ ਦੇ ਮੈਂਬਰ ਨੇ, ਉਹ ਜਿਹੜੇ ਫੰਡਸ ਵਗੈਰਾ ਆਉਂਦੇ ਨੇ ਸਾਰੇ, ਇਹ ਆਪਸ ਦੇ ਵਿੱਚ ਹੀ ਖੁਰਦ-ਬੁਰਦ ਕਰ ਦਿੰਦੇ ਆ ਜਾਂ ਲਾਉਂਦੇ ਵੀ ਆ ਪੰਜਾਬੀ ਮਾਂ ਬੋਲੀ ਦੇ ਲਈ? ਹਾਂਜੀ। ਦੂਜਾ ਵੱਡਾ ਰੌਲਾ ਇਹਨਾਂ 'ਚ ਇਹੀ ਹੈ ਵੀ ਸਾਹਿਤ ਅਕੈਡਮੀ ਆ ਜਿਹੜਾ ਕੇਂਦਰ ਸਰਕਾਰ ਦੇ ਜਿੰਨੇ ਵੀ ਅਦਾਰੇ ਆ ਨਾ, ਉੱਥੇ ਫੰਡ ਖੁੱਲ੍ਹੇ ਮਿਲਦੇ ਆ। ਇਹ ਹੁਣ ਫੰਡ ਜਿਹੜੇ ਕਿਤਾਬ ਹੈ ਉਹ ਸੰਪਾਦ ਹੁੰਦੀਆਂ ਨੇ, ਉਹਦੇ ਪੈਸੇ ਵਧੀਆ ਮਿਲਦੇ ਨੇ, ਅਨੁਵਾਦ ਹੁੰਦੀਆਂ ਉਹਦੇ ਵਧੀਆ ਪੈਸੇ ਮਿਲਦੇ ਨੇ। ਜਿਹੜੇ ਸਮਾਗਮ ਹੁੰਦੇ ਨੇ ਉਹ ਜਹਾਜ਼ਾਂ 'ਚ ਸਫ਼ਰ ਕਰਨ ਦਾ TADA ਮਿਲਦਾ ਹੈ, 5 ਸਟਾਰ 'ਚ ਰਹਿੰਦੇ ਨੇ। ਮਤਲਬ ਮੌਜਾਂ ਹੀ ਮੌਜਾਂ, ਆਪਾਂ ਇੱਕ ਸ਼ਬਦ ਪੰਜਾਬੀ ਦਾ ਵਰਤ ਲਈਏ ਤਾਂ। ਹੁਣ ਇਹਨਾਂ ਦੀ ਇੱਥੇ ਵੀ ਖਿੱਚ ਹੈ। ਜਿਹੜੀ ਇੱਕ 2 ਮੈਂਬਰੀ ਧੜਾ ਹੈ ਜਿਹਦੀ ਕਨਵੀਨਰ ਹੈੱਡ ਹੈ, ਉਹਨੇ ਲਿਖਤੀ ਜਵਾਬ ਦਿੱਤਾ ਇਹਨਾਂ ਦੇ ਕਰਪਸ਼ਨ ਦੇ ਚਾਰਜਸ। ਇਹਨਾਂ ਨੇ ਸਪੈਸ਼ਲ ਬਕਾਇਦਾ ਜ਼ਿਕਰ ਕੀਤਾ ਹੈ
8 ਮੈਂਬਰਾਂ ਨੇ ਵੀ ਇਹ ਕਰਪਸ਼ਨ ਕਰਦੀ ਹੈ, ਕਰਪਟ ਪ੍ਰੈਕਟਿਸਿਸ ਹੈ। ਉਹ ਚਿੱਠੀ ਆਪਣੇ ਕੋਲ ਹੈ ਤੇ ਇਹਨੇ ਉਹਦੇ ਜਵਾਬ 'ਚ ਦਿੱਤਾ ਹੈ ਵੀ ਇਹ ਕੰਮ ਤਾਂ ਇਹ ਕਰਦੇ ਆ ਸਾਰਾ। ਉਸਨੇ 12 ਪ੍ਰੋਗਰਾਮ ਜਿਹੜੇ ਅਕੈਡਮੀ ਨੇ ਕੀਤੇ ਪਿਛਲੇ 2 ਸਾਲਾਂ 'ਚ ਉਹਦੀ ਲਿਸਟ ਦਿੱਤੀ ਹੈ। ਉਹਦੇ 'ਚ ਲਿਖਿਆ ਵੀ ਇਹ ਜਿਹੜਾ ਧੜਾ ਹੈ ਇਹਦੇ ਜਿਹੜੇ 4 ਮੈਂਬਰ 8 ਚੋਂ 4 ਬਹੁਤ ਐਕਟਿਵ ਹੈ ਵੀ ਉਹਨਾਂ ਨੇ 12 ਦੇ ਵਿੱਚ ਆਪ ਹੀ ਸਾਰਾ ਕੁਝ ਕੀਤਾ ਹੈ, ਆਪ ਹੀ ਉਹਨਾਂ ਨੂੰ ਮੈਨੇਜ ਕੀਤਾ ਹੈ, ਆਪ ਦੀ ਮਰਜ਼ੀ ਦੇ ਜਿਹੜੇ ਉੱਥੇ ਸਾਹਿਤਕਾਰ ਬਣਾ। ਇਹ ਕਿਤਾਬਾਂ ਜਿਹੜੀਆਂ ਹੁੰਦੀਆਂ 18 ਕਿਤਾਬਾਂ ਦੀ ਉਹਨੇ ਲਿਸਟ ਦਿੱਤੀ ਹੈ ਵੀ ਇਹਦੇ ਵਿੱਚੋਂ 10 ਜਿਹੜੀਆਂ ਕਿਤਾਬਾਂ ਨੇ ਇੱਕੋ ਹੀ ਮੈਂਬਰ ਲੈ ਗਿਆ। 8 ਆਪਦੇ ਨਾਂ ਸਿੱਧੀਆਂ, 18 ਚੋਂ 8 ਆਪਣੇ ਨਾਂ, 2 ਆਪਦੀ ਪਤਨੀ ਦੇ ਨਾਂ। ਦੂਜਾ ਇੱਕ ਮੈਂਬਰ ਉਹ ਲੈ ਗਿਆ 3 ਆਪਣੇ ਨਾਂ, 1 ਆਪਦੇ ਬੇਟੇ ਦੇ ਨਾਂ। ਇੱਕ ਹੋਰ ਮੈਂਬਰ ਹੈ ਜਿਹੜਾ ਉਹ 3 ਆਪਣੇ ਨਾਂ, 1 ਆਪਦੀ ਪਤਨੀ ਦੇ ਨਾਂ। 18 ਕਿਤਾਬਾਂ ਚੋਂ 10 ਇੱਕ ਲੈ ਗਿਆ, 4 ਇੱਕ ਲੈ ਗਿਆ, ਕਹਿੰਦੀ 4 ਇੱਕ ਲੈ ਗਿਆ। ਮੈਂ ਕੀ ਕਰਦੀ ਹਾਂ, ਇਸ ਤਰ੍ਹਾਂ ਹੀ ਉਹਨੇ ਬਹੁਤ ਸਾਰੇ ਚਾਰਟ ਨੇ ਜਿਹੜੇ ਬਣਾ ਕੇ ਦਿੱਤੇ ਨੇ, ਜਿਹੜੇ ਆਪਾਂ RTI 'ਚ ਲਏ ਹੋਏ ਆ ਸਾਰੇ ਦਸਤਾਵੇਜ਼। ਇਹ ਕਾਟੋ ਕਲੇਸ਼ ਹੈ। ਮੀਟਿੰਗਾਂ ਕਿੱਥੇ ਹੁੰਦੀਆਂ? ਪੰਜਾਬ ਦਾ ਬੋਰਡ ਹੈ, ਇੱਕ ਮੀਟਿੰਗ ਹੋਈ ਗੁਹਾਟੀ, ਇੱਕ ਹੁੰਦੀ ਹੈ ਮੈਸੂਰ, ਇੱਕ ਹੁੰਦੀ ਹੈ ਸ਼੍ਰੀਨਗਰ। ਹੁਣ ਇੱਥੇ ਰੌਲਾ ਪੈਂਦਾ ਵੀ ਕਿਹਨੂੰ ਬੁਲਾਉਣਾ। ਪੰਜਾਬ ਦਾ ਬੋਰਡ ਹੈ, ਪੰਜਾਬੀ ਦਾ ਬੋਰਡ ਹੈ, ਤੁਸੀਂ ਲੁਧਿਆਣੇ ਕਰੋ, ਮੋਗੇ ਕਰੋ, ਬਰਨਾਲੇ ਕਰੋ, ਪਤਾ ਲੱਗੇ ਨਹੀਂ। ਜਹਾਜ਼ਾਂ ਚੜ੍ਹ ਕੇ ਜਾਂਦੇ ਆ, 5 ਸਟਾਰ ਹੋਟਲਾਂ ਜਾਂਦੇ ਆ। ਇਹ ਕਾਟੋ ਕਲੇਸ਼ ਹੈ ਪੈਸੇ ਕਮਾਉਣ ਦਾ, ਪੈਸੇ ਆਪਣੀਆਂ ਜੇਬਾਂ 'ਚ ਪਾਉਂਦਾ, ਆਪਣੀਆਂ 'ਚ। ਦੇਖੋ ਇੱਕ ਤਾਂ ਹੁੰਦਾ ਵੀ ਦੂਜਿਆਂ 'ਚ ਪਵਾਤੀਆਂ, ਆਪਣੀਆਂ 'ਚ ਹੀ ਪਾਉਂਦੇ ਆ। 18 ਚੋਂ 10 ਕਿਤਾਬਾਂ ਇੱਕ ਲੈ ਗਿਆ। ਮੈਂ 10 ਤਾਂ ਰਿਪੀਟ ਨਹੀਂ ਕਰਦਾ। ਇੱਦਾਂ ਹੀ ਜਿਹੜੇ ਸਮਾਗਮ ਰਚੇ ਗਏ ਆ ਉਹਦੇ ਵਿੱਚ ਇਹੀ ਮੈਂਬਰ ਜਾਂਦੇ ਆ 4 ਤੇ ਨਾਲ ਆਪਣੇ ਜਿਹੜੇ ਖਾਸ ਦੋਸਤ ਮਿੱਤਰ ਆ ਉਹਨਾਂ ਨੂੰ ਬੁਲਾਉਂਦੇ ਆ। ਇਹ ਰੌਲਾ ਇਹਨਾਂ ਦਾ ਉਹਦਾ ਕਾਟੋ ਕਲੇਸ਼ ਪਿਆ ਹੋਇਆ। ਜਦੋਂ ਕਾਟੋ ਕਲੇਸ਼ ਪੈ ਗਿਆ ਕਿਤੇ ਜਾਗਰਨ ਵਾਲਿਆਂ ਨੂੰ ਸੂਹ ਲੱਗ ਗਈ, ਉਹਨਾਂ ਨੇ ਖਬਰ ਛਾਪਤੀ। ਫਿਰ ਸਾਰੇ ਮੈਂਬਰ ਆ ਜਿਹੜੇ ਇਹਨਾਂ ਨੂੰ ਫਿਕਰ ਲੱਗ ਗਿਆ ਵੀ ਇਹਦਾ ਪ੍ਰੈਸ 'ਚ ਗੱਲ ਆ ਗਈ, ਹੁਣ ਤਾਂ ਸਾਡੀ ਸਭ ਦੀ ਦਾਣਾ ਪਾਣੀ ਬੰਦ ਹੁੰਦਾ ਹੈ। ਫਿਰ ਉਹਨਾਂ ਨੇ ਫਟਾਫਟ ਰਾਜੀਨਾਮਾ ਕਰ ਲਿਆ। ਸਾਡੀ ਖਬਰ ਨਿਗਾਹ 'ਚ ਆ ਗਈ, ਆਪਾਂ ਰਾਜੀਨਾਮੇ 'ਚ ਰਿੱਕਾ ਲਾ ਲਿਆ। ਉਹਨਾਂ ਨੇ 8 ਮੈਂਬਰਾਂ ਨੇ ਉਹਦੀ ਸ਼ਿਕਾਇਤ ਪ੍ਰਾਈਮ ਮਿਨਿਸਟਰ ਨੂੰ ਜਾਂ ਰਾਸ਼ਟਰਪਤੀ ਨੂੰ ਵੀ ਕੀਤੀ ਹੈ, ਔਰ ਜਿਹੜਾ ਆਰਟ ਸਕੱਤਰ ਹੈ ਉਹਨੂੰ ਕੀਤੀ ਹੈ, ਮੰਤਰੀ ਨੂੰ। ਅਸੀਂ ਕਿਹਾ ਵੀ ਕੀ ਕੀਤਾ? ਇਹ ਤਾਂ ਕਰਪਸ਼ਨ ਚਾਰਜਸ ਨੇ। ਇਹਦੀ ਕਹਿੰਦੇ ਜੀ ਸਾਡਾ ਰਾਜੀਨਾਮਾ ਹੋ ਗਿਆ। ਵੀ ਰਾਜੀਨਾਮੇ ਨੂੰ ਕਿਹੜਾ ਤੁਸੀਂ ਹੱਥੋਂ ਪਾਈ ਹੋਏ ਸੀ? ਕਲੀਅਰ ਕੱਟ ਕਰਪਸ਼ਨ ਚਾਰਜਸ ਹੈ। ਉਹ ਕਰਪਸ਼ਨ ਦਾ ਉਹਨੇ ਜਵਾਬ ਦਿੱਤਾ ਹੈ। ਅਸੀਂ ਮਗਰ ਲੱਗੇ ਹੋਏ ਹਾਂ ਵੀ ਇਹਨੂੰ ਫਾਈਨਲ ਕਰੋ। ਇਹ ਐ ਨਹੀਂ ਅਸੀਂ ਕਹਿ ਸਕਦੇ, ਕਹਿਣਾ ਦੇਣਾ ਤੁਹਾਨੂੰ ਵੀ ਸਾਡਾ ਆਪਸ ਵਿੱਚ ਨਿਬੜ ਗਿਆ। ਭਾਈਚਾਰਕ ਗੱਲ ਸੀ, ਭਾਈਚਾਰਕ ਨਹੀਂ ਸੀ। ਪੰਜਾਬੀ ਸਾਹਿਤ ਨਾਲ ਧੱਕਾ ਸੀ, ਇੱਕ ਗੱਲ। ਦੂਜੀ ਗੱਲ ਇੱਕ ਜਿਹੜੀ ਬਹੁਤ ਹੀ ਖਤਰਨਾਕ ਹੈ, ਔਰ ਅਸੀਂ ਜੇ ਕੋਈ ਸਾਡਾ ਇੰਟਰਨੈਸ਼ਨਲ ਲੈਵਲ ਦਾ ਕਲਾਕਾਰ ਜੇ ਕਦੇ ਭੁਲੇਖੇ 'ਚ ਕਹਿ ਜਾਂਦਾ ਵੀ ਸਾਡੀ ਮਾਸੀ ਕਿਹੜੀ ਹੈ, ਸਾਡੀ ਮਾਂ ਕਿਹੜੀ ਹੈ, ਇਹ ਕੀ ਕਰ ਰਹੇ ਨੇ ਹੁਣ? ਦੇਖੋ ਹੈਰਾਨੀਜਨਕ ਗੱਲ, ਔਰ ਧੱਕਾ ਲੱਗਿਆ ਜਿਹੜੀ ਮੈਨੂੰ ਦੇਖ ਕੇ। ਮੈਨੂੰ ਵੀ ਨਹੀਂ ਸੀ ਪਤਾ। ਇਹ ਜਿਹੜੇ ਹੁਣ 3 ਸਾਲ ਤੋਂ ਨਵਾਂ ਬੋਰਡ ਬਣਿਆ, ਇਹ ਬੋਰਡ ਜਿਹੜੀਆਂ ਪ੍ਰੋਸੀਡਿੰਗਾਂ ਨੇ, ਜਿਹੜਾ ਚਿੱਠੀ ਪੱਤਰ ਹੈ, ਓਨਲੀ ਇਨ ਹਿੰਦੀ 'ਚ ਕਰਦਾ। ਪਹਿਲਾਂ ਤਾਂ ਜੀ ਅੰਗਰੇਜ਼ੀ 'ਚ ਲਿਖਿਆ ਜਾਂਦਾ ਸੀ ਚਿੱਠੀ ਪੱਤਰ, ਤੇ ਹੁਣ ਸਿਰਫ ਹਿੰਦੀ 'ਚ ਲਿਖਿਆ ਜਾਂਦਾ ਤੇ ਗੱਲ ਪੰਜਾਬੀ ਭਾਸ਼ਾ ਦੀ। ਚੜ੍ਹ ਕੇ ਜਾਂਦੇ ਆ, 5 ਸਟਾਰ ਹੋਟਲਾਂ ਜਾਂਦੇ ਆ। ਇਹ ਕਾਟੋ ਕਲੇਸ਼ ਹੈ ਪੈਸੇ ਕਮਾਉਣ ਦਾ, ਪੈਸੇ ਆਪਣੀਆਂ ਜੇਬਾਂ 'ਚ ਪਾਉਂਦਾ, ਆਪਣੀਆਂ 'ਚ। ਦੇਖੋ ਇੱਕ ਤਾਂ ਹੁੰਦਾ ਵੀ ਦੂਜਿਆਂ 'ਚ ਪਵਾਤੀਆਂ, ਆਪਣੀਆਂ 'ਚ ਹੀ ਪਾਉਂਦੇ ਆ। 18 ਚੋਂ 10 ਕਿਤਾਬਾਂ ਇੱਕ ਲੈ ਗਿਆ। ਮੈਂ 10 ਤਾਂ ਰਿਪੀਟ ਨਹੀਂ ਕਰਦਾ। ਇੱਦਾਂ ਹੀ ਜਿਹੜੇ ਸਮਾਗਮ ਰਚੇ ਗਏ ਆ ਉਹਦੇ ਵਿੱਚ ਇਹੀ ਮੈਂਬਰ ਜਾਂਦੇ ਆ 4 ਤੇ ਨਾਲ ਆਪਣੇ ਜਿਹੜੇ ਖਾਸ ਦੋਸਤ ਮਿੱਤਰ ਆ ਉਹਨਾਂ ਨੂੰ ਬੁਲਾਉਂਦੇ ਆ। ਇਹ ਰੌਲਾ ਇਹਨਾਂ ਦਾ ਉਹਦਾ ਕਾਟੋ ਕਲੇਸ਼ ਪਿਆ ਹੋਇਆ। ਜਦੋਂ ਕਾਟੋ ਕਲੇਸ਼ ਪੈ ਗਿਆ ਕਿਤੇ ਜਾਗਰਨ ਵਾਲਿਆਂ ਨੂੰ ਸੂਹ ਲੱਗ ਗਈ, ਉਹਨਾਂ ਨੇ ਖਬਰ ਛਾਪਤੀ। ਫਿਰ ਸਾਰੇ ਮੈਂਬਰ ਆ ਜਿਹੜੇ ਇਹਨਾਂ ਨੂੰ ਫਿਕਰ ਲੱਗ ਗਿਆ ਵੀ ਇਹਦਾ ਪ੍ਰੈਸ 'ਚ ਗੱਲ ਆ ਗਈ, ਹੁਣ ਤਾਂ ਸਾਡੀ ਸਭ ਦੀ ਦਾਣਾ ਪਾਣੀ ਬੰਦ ਹੁੰਦਾ ਹੈ। ਫਿਰ ਉਹਨਾਂ ਨੇ ਫਟਾਫਟ ਰਾਜੀਨਾਮਾ ਕਰ ਲਿਆ। ਸਾਡੀ ਖਬਰ ਨਿਗਾਹ 'ਚ ਆ ਗਈ। ਖਤਰਨਾਕ ਗੱਲ ਤਾਂ ਇਹ ਹੈ ਵੀ ਉਹਦਾ ਐਡਵਾਈਜ਼ਰੀ ਬੋਰਡ ਜਿਹੜੀਆਂ ਉਹਦੀਆਂ ਕਾਰਵਾਈਆਂ ਨੇ, ਪ੍ਰੋਸੀਡਿੰਗਸ ਨੇ, ਉਹ ਸਾਰਾ ਕੁਝ ਹਿੰਦੀ 'ਚ ਰਿਕਾਰਡ ਹੁੰਦਾ। ਅਸੀਂ ਇੱਕ ਜਦੋਂ ਅਸੀਂ ਇਹ ਗੱਲ ਸੋਸ਼ਲ ਮੀਡੀਆ 'ਤੇ ਉਠਾਈ, ਕਿਉਂਕਿ ਅਖਬਾਰਾਂ 'ਚ ਤਾਂ ਛਪਦੇ ਨਹੀਂ, ਉਹ ਮਿੱਤਰ ਪਿਆਰੇ ਆ। ਅਸੀਂ ਜਦੋਂ ਉਠਾਈ ਤਾਂ ਇੱਕ ਮੈਂਬਰ ਖਿਜੇ ਹੋਏ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਇਹ ਗੱਲ ਕਹੀ ਜਾਂਦੇ ਹੋ, ਤੁਹਾਨੂੰ ਪਤਾ ਕਨਵੀਨਰ ਦੇ ਦਸਤਖਤ ਹੁੰਦੇ ਆ? ਮੈਂ ਕਿਹਾ ਹਾਂ ਪਤਾ ਹੈ, ਆਏ ਵੀ ਆ ਮੇਰੇ ਕੋਲੇ ਤਾਂ ਇਹਦੇ ਕਨਵੀਨਰ ਦੇ ਆ। ਪਰ ਤੁਸੀਂ ਦੱਸੋ ਵੀ ਤੁਹਾਨੂੰ ਨਹੀਂ ਪਤਾ ਪ੍ਰੋਸੀਡਿੰਗਾਂ ਹਿੰਦੀ 'ਚ ਰਿਕਾਰਡ ਹੁੰਦੀਆਂ?
ਫਿਰ ਚੁੱਪ, ਕਹਿੰਦਾ ਉੱਥੇ ਬੰਦੇ ਹੈ ਨਹੀਂ ਗੇ। ਮੈਂ ਕਿਹਾ ਤੁਸੀਂ ਗੁਹਾਟੀ ਦਾ ਪ੍ਰੋਗਰਾਮ ਬਣਾ ਲੈਂਦੇ ਹੋ, ਸ੍ਰੀਨਗਰ ਦਾ ਬਣਾ ਲੈਂਦੇ ਹੋ, ਕਦੇ ਮੰਗਿਆ ਵੀ ਸਾਨੂੰ ਇੱਕ ਸਟੈਨੋ ਹੀ ਦੇ ਦਿਓ ਪੰਜਾਬੀ ਦਾ, ਕੋਈ ਚਿੱਠੀ ਪੱਤਰ ਲਿਖੀ ਅਕੈਡਮੀ ਨਾਲ? ਬਾਕੀ ਭਾਸ਼ਾਵਾਂ ਆਪਣੇ 'ਚ ਕਿਵੇਂ ਕਰ ਲੈਂਦੀਆਂ ਨੇ ਪ੍ਰੋਸੀਡਿੰਗ, ਤੁਸੀਂ ਕੋਈ ਆਵਾਜ਼ ਉਠਾਈ ਫਿਰ ਚੁੱਪ। ਮਤਲਬ ਕੁਛ ਨਹੀਂ ਕਰਦੇ। ਜਾਂ ਫਿਰ ਮੈਂ ਇਹਨੂੰ ਇਹ ਵੀ ਸੁਝਾਅ ਦਿੱਤਾ ਵੀ ਬਾਹਰੋਂ ਕਰਾ ਲਿਆ ਕਰੋ, ਅੱਧੇ ਤੁਸੀਂ ਪ੍ਰੋਫੈਸਰ ਹੋ, 2 ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੋ, ਉੱਥੋਂ ਇੱਕ ਸਟੈਨੋ ਲੈ ਕੇ ਪ੍ਰੋਸੀਡਿੰਗਾਂ ਨਹੀਂ ਤੁਸੀਂ ਟਾਈਪ ਕਰਾ ਸਕਦੇ, ਤੁਸੀਂ ਸੋਚਣਾ ਹੀ ਨਹੀਂ, ਤੁਸੀਂ ਵਿਰੋਧ ਕਰਨਾ ਹੀ ਨਹੀਂ। ਇਹ ਹਾਲ ਹੈ। ਇਦੋਂ ਪਹਿਲਾਂ ਜਿਹੜੀਆਂ ਪ੍ਰੋਸੀਡਿੰਗਾਂ ਸਾਰੀਆਂ ਹੁੰਦੀਆਂ ਸੀਆਂ ਉਹ ਅੰਗਰੇਜ਼ੀ 'ਚ ਹੁੰਦੀਆਂ ਸੀ। ਇਹ ਅਕੈਡਮੀਆਂ ਜਿਹੜੀਆਂ ਨੇ ਢਾਹ ਲਾ ਰਹੀਆਂ ਨੇ ਪੰਜਾਬੀ ਸਾਹਿਤ ਤੇ ਸਾਹਿਤ ਸੱਭਿਆਚਾਰ ਨੂੰ। ਪਰ ਹੁਣ ਪੰਜਾਬ ਸਰਕਾਰ ਨੇ ਤਾਂ ਮੀਤ ਜੀ ਕਹਿੰਦੇ ਨੇ ਸ਼੍ਰੋਮਣੀ ਸਾਹਿਤ ਰਤਨ ਤੇ ਸਾਹਿਤਕਾਰ ਜਿਹੜੇ ਪੁਰਸਕਾਰ ਬੜੇ ਵੰਡੇ ਨੇ, ਉਹ ਤਾਂ ਫਿਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਵੰਡੇ ਹੋਣੇ ਆ। ਬਿਲਕੁਲ। ਉਹਦੇ ਵਿੱਚ ਕੀ ਹੈ ਵੀ ਜਿਹੜੀ ਪੰਜਾਬ ਸਰਕਾਰ ਹੈ ਇਹ ਹਰ ਸਾਲ 17 ਪੁਰਸਕਾਰ ਦਿੰਦੀ ਹੈ। ਇੱਕ ਪੰਜਾਬੀ ਸਾਹਿਤ ਰਤਨ ਜਿਹੜਾ 10 ਲੱਖ ਦਾ ਹੈ। ਵਾਹ। ਤੇ ਬਾਕੀ ਜਿਹੜੇ ਸਾਹਿਤ, ਇੱਕ ਸੰਸਕ੍ਰਿਤ ਨੂੰ, ਇੱਕ ਹਿੰਦੀ ਨੂੰ ਤੇ ਇੱਕ ਉਰਦੂ ਨੂੰ, ਜਿਹੜੇ ਪੰਜਾਬ ਦੇ ਨੇ। ਪੰਜਾਬ ਦੇ ਵਿੱਚ ਚਲੋ ਅੱਛੀ ਗੱਲ ਹੈ ਵੀ ਜਿਹੜੇ ਪੰਜਾਬ 'ਚ ਬੈਠੇ ਹਿੰਦੀ ਦੀ ਸੇਵਾ ਕਰਦੇ ਨੇ, ਸੰਸਕ੍ਰਿਤ ਦੀ ਕਰਦੇ ਆ, ਉਰਦੂ ਦੀ ਕਰਦੇ ਆ, ਉਹਨੂੰ ਵੀ ਮਾਨਤਾ ਮਿਲਦੀ ਹੈ। ਇੱਕ ਅਵਾਰਡ ਉਹਨਾਂ ਨੂੰ ਹੈ। ਬਾਕੀ ਸਾਰੇ ਜਿਹੜੇ ਬਾਕੀ ਦੇ 17 ਇਹ ਹਰ ਸਾਲ ਦਿੰਦੇ ਨੇ। ਇੱਕ ਇਹਨਾਂ ਭਾਸ਼ਾਵਾਂ ਨੂੰ ਬਾਕੀ ਸਾਹਿਤਕਾਰਾਂ ਨੂੰ, ਪੱਤਰਕਾਰਾਂ ਨੂੰ, ਸਾਹਿਤਕ ਪੱਤਰਕਾਰਾਂ ਨੂੰ, ਗਾਇਕਾਂ ਨੂੰ, ਨਾਟਕਕਾਰਾਂ ਨੂੰ ਇੱਦਾਂ ਦਿੰਦੇ ਆ। ਉਹ 5 ਲੱਖ ਦਾ। ਹੁਣ ਐਤਕੀ 6 ਸਾਲ ਤੋਂ ਇਹਨਾਂ ਨੇ ਦਿੱਤੇ ਨਹੀਂ। 2 ਸਾਲ ਅਕਾਲੀ ਦਲ ਨੇ ਸੀ ਦਿੱਤੇ, 4 ਸਾਲ ਪੰਜਾਬ ਸਰਕਾਰ ਨੂੰ ਹੋ ਗਏ ਸੀ। ਇਹਨਾਂ ਨੂੰ ਪਤਾ ਨਹੀਂ ਕੀ ਇੱਕਦਮ ਕਿਸਾਨੀ ਜਿਹੜਾ ਸੰਘਰਸ਼ ਚੱਲਦਾ ਉਹਦੀ ਗੱਲ ਸੀ, ਉਹਨੂੰ ਮੱਠਾ ਪਾਉਣ ਦੀ ਸੀ, ਲੇਖਕਾਂ ਨੂੰ ਬੰਨ੍ਹਣ ਦੀ ਸੀ, ਜਾਂ ਕੋਈ ਮਗਰਲੀ ਗੁੱਝੀ ਚਾਲ ਸੀ, ਕੋਈ ਉਹ ਸਮਝ ਨਹੀਂ ਆਈ। ਉਸ ਦੇ ਮੁਤਾਬਕ ਇਹਨਾਂ ਇੱਕਦਮ ਭਾਸ਼ਾ ਸਲਾਹਕਾਰ ਬੋਰਡ ਬਣਾਇਆ, ਸਕਰੀਨਿੰਗ ਕਮੇਟੀ ਬਣਾਈ ਤੇ ਫਟਾਫਟ 108 ਇਹ ਜਿਹੜੇ ਅਵਾਰਡ ਬਣਦੇ ਸੀ 6 ਸਾਲਾਂ ਦੇ ਉਹ ਦੇਤੇ। 6 ਰਤਨ ਸਾਹਿਤਕਾਰ ਅਵਾਰਡ 10 ਲੱਖ ਦੇ ਤੇ 102 5 ਲੱਖ ਦੇ ਇਹ ਪੁਰਸਕਾਰ ਦਿੱਤੇ। ਇਹਦੇ 'ਚੋਂ ਠੀਕ ਹੈ ਵੀ ਅੱਧੇ ਕੁ ਪੁਰਸਕਾਰ ਸੀ ਉਹ ਜਿਹੜੇ ਹੱਕਦਾਰ ਲੋਕ ਇਹਨਾਂ ਨੂੰ ਮਿਲੇ। ਆਪਾਂ ਵਧਾਈ ਵੀ ਦਿੱਤੀ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ ਵੀ, ਠੀਕ ਲੱਗਦਾ ਕੁਛ। ਫਿਰ ਕੀ ਜਦੋਂ ਲਿਸਟਾਂ ਨਿਕਲਣ ਲੱਗੀਆਂ ਤੇ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਇਹ ਕੀ ਕਰੀ ਜਾਂਦੇ ਤੁਸੀਂ, ਇਹਦੇ 'ਚ ਤਾਂ ਆਹ ਕਪਲੇ ਆ, ਇਹਦੇ ਵਿੱਚ ਤਾਂ ਉਹ ਜਿਹੜੇ ਲੋਕ ਨੇ ਇਹਦਾ ਕੋਈ ਨਿਯਮ ਹੀ ਨਹੀਂ, ਕੋਈ ਪ੍ਰਕਿਰਿਆ ਹੀ ਨਹੀਂ। ਅਸੀਂ ਦੇਖਿਆ ਵੀ ਹਾਂ ਇਹ ਤਾਂ ਗੱਲ ਸਾਥੋਂ ਵੀ ਚਲੋ ਭੁੱਲ ਹੋ ਗਈ, ਕੋਈ ਗੱਲ ਸੁਧਾਰ ਲੈਂਦੇ ਹਾਂ, ਭੁੱਲ ਮੰਨ ਵੀ ਲੈਣੀ ਚਾਹੀਦੀ ਹੈ। ਤਾਂ ਅਸੀਂ ਖੋਜ ਪੜਤਾਲ ਸ਼ੁਰੂ ਕੀਤੀ, RTI ਦੇ ਵਿੱਚ ਸੂਚਨਾਵਾਂ ਲਈਆਂ ਤਾਂ ਬੜੀ ਹੈਰਾਨੀਜਨਕ ਗੱਲ ਹੈ 6 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਲੱਗਣਾ ਹੈ, ਸਾਡੀ ਖੂਨ ਪਸੀਨੇ ਦੀ ਕਮਾਈ ਚੋਂ ਲੱਗਣਾ ਹੈ। 6 ਕਰੋੜ 6 ਕਰੋੜ ਦੇ ਅਵਾਰਡ ਬਣਦੇ ਆ ਜੀ ਇਹ। ਵਾਹ ਜੀ ਵਾਹ। ਉਹ ਵੰਡਣਾ ਸਾਡੀ ਖੂਨ ਪਸੀਨੇ ਦੀ ਕਮਾਈ ਚੋਂ, ਤਾਂ ਸਾਡਾ ਹੱਕ ਬਣਦਾ ਹੈ ਟੈਕਸ ਪੇਅਰ ਦੇ ਤੌਰ ਤੇ ਵੀ ਅਸੀਂ ਪੁੱਛੀਏ ਸਰਕਾਰ ਨੂੰ ਇਹ ਕੀ ਹੋ ਰਿਹਾ ਹੈ। ਹੁਣ ਉਹਦੇ ਵਿੱਚ ਕੀ ਹੈ, ਮੈਂ RTI ਖੁਦ ਪਾਈ ਵੀ ਇਹਦੇ ਨਿਯਮ ਕਿਹੜੇ ਨੇ। ਕੋਈ ਕੁਛ ਕਹੀ ਜਾਂਦਾ, ਕਿਸੇ ਨੂੰ ਪਤਾ ਹੀ ਨਹੀਂ ਨਿਯਮ ਕੀ ਨੇ। ਇੱਕ ਨਿਯਮ ਹੁੰਦੇ ਨੇ, ਇੱਕ ਫਿਰ ਉਹਦੀ ਪ੍ਰਕਿਰਿਆ ਹੁੰਦੀ ਹੈ। ਜਿਵੇਂ ਹੁਣ ਮਰਡਰ ਕੀ ਹੈ, ਇਹ ਇੰਡੀਅਨ ਪੀਨਲ ਕੋਡ ਹੈ, ਉਹ 'ਚ ਡਿਫਾਈਨ ਹੁੰਦਾ ਹੈ। ਉਹ ਟਰਾਇਲ ਕਿਵੇਂ ਕਰਨਾ ਹੈ, ਉਹ ਇੱਕ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ। ਮਤਲਬ ਇੱਕ ਲੀਗਲ ਤੌਰ ਤੇ ਇੱਕ ਕਾਨੂੰਨ ਨਿਯਮ ਬਣਦੇ ਨੇ ਵੀ ਇਹਨਾਂ ਨੂੰ ਅਵਾਰਡ ਦੇਣਾ ਕਿਵੇਂ ਹੈ, ਕਿਵੇਂ ਸਕ੍ਰੀਨਿੰਗ ਕਮੇਟੀ ਬਣਦੀ ਹੈ, ਉਹਦੇ ਲਈ ਪ੍ਰੋਸੀਜਰ ਹੁੰਦਾ ਹੈ। ਮੈਂ ਪੁੱਛਿਆ ਵੀ ਉਹ ਕਿਹੜੇ ਆ, ਦੇਖੀਏ ਤਾਂ ਸਹੀ। ਸਾਨੂੰ ਬਕਾਇਦਾ ਲਿਖ ਕੇ ਆ ਗਿਆ ਵੀ ਇਸ ਤਰ੍ਹਾਂ ਦਾ ਪੰਜਾਬ ਸਰਕਾਰ ਨੇ ਕੋਈ ਨਾ ਨਿਯਮ ਬਣਾਏ ਨੇ ਨਾ ਪ੍ਰੋਸੀਜਰ ਬਣਾਏ। ਅੱਛਾ ਸਰ, ਇੱਕ ਇਹਨਾਂ ਗੱਲਾਂ ਦੇ ਵਿੱਚੋਂ ਤੁਸੀਂ ਕਹਿੰਦੇ ਵੀ ਨਾ ਕੋਈ ਨਿਯਮ ਬਣੇ ਆ, ਨਾ ਕੋਈ ਪ੍ਰਕਿਰਿਆ ਬਣੀ ਆ। ਤੁਹਾਨੂੰ ਚਾਹਾਂਗੇ ਕਿ ਬਿਨਾਂ ਨਿਯਮਾਂ ਤੇ ਪ੍ਰਕਿਰਿਆ ਦੇ ਕੀ ਨਿਰਪੱਖ ਚੋਣ ਹੋ ਸਕਦੀ ਆ, ਤੇ ਨਿਯਮ ਤੇ ਪ੍ਰਕਿਰਿਆ ਜ਼ਰੂਰੀ ਕਿਉਂ ਆ, ਇਹ ਵੀ ਨਾਲ ਹੀ ਤੁਸੀਂ ਡਿਟੇਲ ਦੇ ਵਿੱਚ ਦੱਸ ਦਿਓ। ਦੇਖੋ ਇਹੀ ਹੈ ਨਾ ਜੀ, ਹੁਣ ਜਿਵੇਂ ਸਾਹਿਤ ਰਤਨ ਹੈ ਜਿਹੜਾ ਅਵਾਰਡ ਹੈ 10 ਲੱਖ ਦਾ, ਉਹ 10 ਲੱਖ ਦੀ ਜਦੋਂ ਅਵਾਰਡ ਦੇਣਾ ਸਰਕਾਰ ਨੇ ਤਾਂ ਉਹਦੀ ਕੋਈ ਨਿਯਮ ਹੋਵੇ ਨਾ ਵੀ ਇਹਦੀ ਸਾਰੀ ਉਮਰ ਦੀ ਅਸੀਂ ਦੇਖਣੀ ਹੈ, ਜਾਂ ਕੋਈ ਵਿਸ਼ੇਸ਼ ਪੁਸਤਕ ਹੈ ਉਹਨੂੰ ਧਿਆਨ 'ਚ ਰੱਖਣਾ ਹੈ, ਜਾਂ ਉਹਦੀ ਇਕੱਲੀ ਗਿਣਤੀ ਮਿਣਤੀ ਦੇਖਣੀ ਹੈ ਕਿਤਾਬਾਂ ਦੀ, ਜਾਂ ਗਿਣਤੀ ਨਹੀਂ ਦੇਖਣੀ, ਇੱਕ ਕਿਤਾਬ ਤੇ ਬਹੁਤ ਵਧੀਆ ਸਕਾਲਰ ਹੈ, ਜਾਂ ਉਹਦੀ ਉਮਰ ਦੇਖਣੀ ਹੈ, ਕੀ ਉਹਦੀ ਕੰਟਰੀਬਿਊਸ਼ਨ ਹੈ। ਉਹਦੇ ਕੋਈ ਨਿਯਮ ਹੁੰਦੇ ਨੇ ਵੀ ਇਹਨੂੰ ਦੇਣਾ ਹੈ। ਇੱਕ ਨਾਮ ਹੈ ਵੀ ਪੰਜਾਬੋਂ ਬਾਹਰ ਜਿਹੜਾ ਸਾਹਿਤਕਾਰ ਵੱਸਦਾ ਉਹਨੂੰ ਦੇਣਾ। ਹੁਣ ਉਹ ਕਦੋਂ ਦਾ ਵੱਸ ਰਿਹਾ ਹੈ,
ਕਿੰਨਾ ਚਿਰ ਹੋ ਗਿਆ, ਕੀ ਸ਼ਰਤਾਂ ਨੇ ਉਹ ਹੁੰਦੀਆਂ ਨੇ ਵੀ ਪੰਜਾਬੋਂ ਬਾਹਰਲਾ ਕਿਹਨੂੰ ਦੇਣਾ। ਹੁਣ ਇੱਥੇ ਪਾਕਿਸਤਾਨ ਵਾਲਾ ਵੀ ਇਹਨਾਂ ਨੇ ਅਵਾਰਡ ਦੇ ਰਹੇ ਨੇ। ਹੁਣ ਪਾਕਿਸਤਾਨ ਦੀ ਭਾਸ਼ਾ ਜਿਹੜੀ ਹੈਗੀ ਆ ਉਹ ਸ਼ਾਹਮੁਖੀ ਹੈ, ਉਹਨਾਂ ਦੀ ਆਪਣੀ ਮਦਰ ਟੰਗ ਹੈ ਔਰ ਸ਼ਾਹਮੁਖੀ ਉਹਨਾਂ ਦੀ ਸਕ੍ਰਿਪਟ ਹੈ। ਕੀ ਉਹ ਐਲੀਜੀਬਲ ਹੈ ਕਿ ਨਹੀਂ ਹੈ, ਇਹ ਸਾਰੇ ਨਿਯਮ ਹੁੰਦੇ ਨੇ ਵੀ ਇਹਨਾਂ ਨੂੰ ਦੇਣਾ, ਪੰਜਾਬੋਂ ਬਾਹਰਲਾ ਇਹਨੂੰ ਦੇਣਾ, ਪੰਜਾਬ ਅੰਦਰਲਿਆਂ ਨੂੰ ਇਹਨੂੰ ਦੇਣਾ, ਹਿੰਦੀ ਵਾਲਿਆਂ ਨੂੰ ਇਹਨਾਂ ਨੂੰ ਦੇਣਾ। ਉਹ ਨਿਯਮ ਹੁੰਦੇ ਆ। ਫਿਰ ਪ੍ਰੋਸੀਜਰ ਆ ਜਾਂਦਾ ਹੈ ਵੀ ਕਦੋਂ ਅਪਲਾਈ ਕਰਾਉਣਾ, ਉਹ ਤੋਂ ਕੀ ਐਡਵਰਟਾਈਜ਼ਮੈਂਟ ਦੇਣੀ ਹੈ, ਜਾਂ ਜਿਹੜੇ ਬੋਰਡ ਮੈਂਬਰ ਨੇ ਉਹਨਾਂ ਨੇ ਨਾਂ ਸੁਜੈਸਟ ਕਰਨੇ ਆ, ਜਾਂ ਭਾਸ਼ਾ ਵਿਭਾਗ ਨੇ ਕਰਨੇ ਆ। ਉਹ ਪ੍ਰਕਿਰਿਆ ਹੁੰਦੀ ਹੈ। ਹੁਣ ਹੈ ਹੀ ਨਹੀਂ, ਕੋਈ ਪ੍ਰਕਿਰਿਆ ਨਹੀਂ। ਹੁਣ ਹੋ ਕੀ ਰਿਹਾ ਫਿਰ, ਇਹ ਜਿਹੜੇ ਬੋਰਡ ਵਾਲੇ ਆ ਆਪਣੀ ਮਰਜ਼ੀ ਨਾਲ ਪਹਿਲਾਂ ਦੇਖ ਲੈਂਦੇ ਆ ਵੀ ਕਿਹਨੂੰ ਅਵਾਰਡ ਦੇਣੇ ਆ, ਉਹਦੇ ਮੁਤਾਬਕ ਨਿਯਮ ਬਣਾ ਲੈਂਦੇ ਆ। ਹੁਣ ਐਤਕੀ ਕੀ ਹੋਇਆ, ਜਦੋਂ ਸਾਨੂੰ ਲੋਕਾਂ ਨੇ ਦੱਸਿਆ ਇੱਕ 5 ਲੱਖ ਦਾ ਪੁਰਸਕਾਰ ਹੈ ਵੀ ਪੰਜਾਬ ਸ਼੍ਰੋਮਣੀ ਸਾਹਿਤਕਾਰ ਪੰਜਾਬੋਂ ਬਾਹਰ, ਜਿਹੜਾ ਪੰਜਾਬ ਤੋਂ ਬਾਹਰ ਬੈਠਾ, ਚੰਗੀ ਗੱਲ ਹੈ, ਵਧੀਆ ਗੱਲ ਹੈ। ਦਿੱਲੀ ਨੇ ਬਹੁਤ ਸਾਰੇ ਸੂਬੇ ਆ ਜਿੱਥੇ ਬੈਠੇ ਲੋਕ ਲਿਖ ਰਹੇ ਆ, ਕਲਕੱਤਾ, ਉਹਦੇ ਵਿੱਚ ਸ਼ਰਤ ਇਹਨਾਂ ਨੇ ਆਪ ਹੀ ਬਣਾਈ ਹੈ ਵੀ 10 ਸਾਲ ਤੋਂ ਵੱਧ ਸਮੇਂ ਤੋਂ ਉਹ ਪੰਜਾਬ ਤੋਂ ਬਾਹਰ ਰਹਿੰਦਾ ਹੋਵੇ, ਤੇ ਉਹ ਜਿਹੜਾ ਬਾਹਰਲਾ ਹੁਣ ਵੀ ਬਾਹਰ ਹੀ ਹੋਵੇ, ਇਹ ਨਹੀਂ ਹੋਵੇ ਵੀ ਨੌਕਰੀ ਕਰਦਾ ਹੋਵੇ ਬਾਅਦ ਚ ਆ ਜੇ। ਹੁਣ ਉਹਦੇ ਲਈ ਆਪ ਹੀ ਘੜੀ ਹੋਈ ਇਹ ਨਿਯਮ, ਸਰਕਾਰੀ ਕੋਈ ਨਹੀਂ, ਬੋਰਡ ਨੇ ਬਣਾ ਲਿਆ। ਹੁਣ ਉਹ ਬੋਰਡ ਦੇ ਨਿਯਮ, ਜਿਹੜਾ ਇੱਕ ਪੁਰਸਕਾਰ ਦਿੱਤਾ 2020 ਦਾ, ਉਹਦਾ ਜਿਹੜਾ ਉੱਥੇ ਕਾਟੋ ਕਲੇਸ਼ ਪਿਆ ਹੋਇਆ, ਉਹਦਾ ਹੈੱਡ ਕਾਟੋ ਕਲੇਸ਼ ਦਾ ਉਹੀ ਹੈ, ਉਹ ਬੰਦਾ ਹੈ ਜਿਹਨੇ 10 ਕਿਤਾਬਾਂ ਆਪਣੇ ਨਾਂ ਕੀਤੀਆਂ ਹੋਈਆਂ। ਛੋਟੀ ਉਮਰ ਹੈ, ਕਾਹਲ ਬਹੁਤ ਜ਼ਿਆਦਾ ਹੈ ਵੀ ਮੈਂ ਸਾਰਾ ਕੁਝ ਆਪਦੀ ਝੋਲੀ 'ਚ ਪਾ ਲਾਂ। ਉਹਦੇ ਜਿਹੜੇ ਪੈਟਰਨ ਨੇ, ਉਹਨਾਂ ਨੇ ਉਹਦਾ ਨਾਂ ਸਿਲੈਕਟ ਕਰਤਾ 2020 ਦਾ ਪੰਜਾਬੋਂ ਬਾਹਰਲਾ ਪੁਰਸਕਾਰ। ਹੁਣ ਸਾਨੂੰ ਦੋਸਤਾਂ ਨੇ ਦੱਸਿਆ, ਮੈਂ ਵੀ ਜਾਣਦਾ ਵੀ ਉਹ ਤਾਂ ਜੀ 2014 'ਚ ਤਾਂ ਦਿੱਲੀ ਯੂਨੀਵਰਸਿਟੀ 'ਚ ਲੱਗਿਆ ਅਸਿਸਟੈਂਟ ਪ੍ਰੋਫੈਸਰ ਜਾਂ ਐਸੋਸੀਏਟ ਪ੍ਰੋਫੈਸਰ। ਉਦੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ, ਇੱਥੇ ਮੁਕਤਸਰ ਲੱਗਿਆ ਹੋਇਆ ਸੀ। ਉਹ ਕਿਵੇਂ ਕੰਡੀਸ਼ਨ ਪੂਰੀ ਕਰਦਾ, ਉਹਨੂੰ ਪੁਰਸਕਾਰ ਦਿੱਤਾ। ਇੱਦਾਂ ਦੀਆਂ ਘੱਟੋ ਘੱਟ 20 ਸਾਡੇ ਕੋਲ ਉਦਾਹਰਨਾਂ ਆਈਆਂ ਜਿਨ੍ਹਾਂ ਨੂੰ ਜਿਹੜੀਆਂ ਭਾਸ਼ਾ ਵਿਭਾਗ ਨੇ, ਬੋਰਡ ਨੇ ਆਪਣੀਆਂ ਆਪ ਹੀ ਟਰਮਾਂ ਕੰਡੀਸ਼ਨਾਂ ਲਾਈਆਂ, ਔਰ ਉਹਨਾਂ ਨੂੰ ਉਹ ਵੀ ਪੂਰੀਆਂ ਨਹੀਂ ਕਰਦੇ। ਉਹ ਫਿਰ ਅਸੀਂ ਜਦੋਂ ਪ੍ਰਕਿਰਿਆ ਹੁਣ ਸ਼ੁਰੂ ਕੀਤੀ ਹੋਈ ਹੈ ਵੀ ਦੱਸੋ, ਹੁਣ ਦੱਸਦੇ ਨਹੀਂ ਡਰਦੇ ਮਾਰੇ, ਦੇਖੋ ਕੀ ਬਣਦਾ ਹੈ। ਔਰ ਇਸ ਨੂੰ ਅਸੀਂ ਸਿਰੇ ਲਾਵਾਂਗੇ। ਸਾਡੇ ਹਰਬਖਸ਼ ਸਿੰਘ ਗਰੇਵਾਲ ਨੇ ਪੰਜਾਬ ਲੈਵਲ ਦੇ ਸੰਚਾਲਕਾਂ ਚੋਂ ਨੇ, ਉਹਨਾਂ ਨੇ ਕਾਨੂੰਨੀ ਨੋਟਿਸ ਦਿੱਤਾ ਲੀਗਲ ਭਾਸ਼ਾ ਵਿਭਾਗ ਨੂੰ, ਪੰਜਾਬ ਸਰਕਾਰ ਨੂੰ। ਇਹ ਪ੍ਰਕਿਰਿਆ ਹੈ ਨਹੀਂ, ਨਿਯਮ ਹੈ ਨਹੀਂ, ਜਿਹੜੇ ਵੀ ਤੁਸੀਂ ਜਾਲੀ ਬਣਾਏ ਨੇ ਉਹਨਾਂ ਨੂੰ ਵੀ ਫਾਲੋ ਨਹੀਂ ਕੀਤਾ। ਜਿਸ ਹਿਸਾਬ ਨਾਲ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਤਾਂ ਬਣੀ ਇਸ ਕਰਕੇ ਨੇ ਕਿ 6 ਕਰੋੜ ਦੇ ਜਿਹੜੇ ਇਨਾਮ ਨੇ, ਕੋਈ ਛੋਟੀ ਰਕਮ ਨਹੀਂ, ਬੜੀ ਵੱਡੀ ਰਕਮ ਹੈ, ਉਹਨੂੰ ਕਿਵੇਂ ਖੁਰਦ-ਬੁਰਦ ਕੀਤਾ ਜਾਂਦਾ ਹੈ ਤੇ ਕਿਵੇਂ ਸਿਸਟਮ ਕੰਮ ਕਰਦਾ ਹੈ। ਤਾਂ ਸਿਸਟਮ ਦੀ ਪ੍ਰਣਾਲੀ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ, ਤੁਸੀਂ ਛੱਡੋ ਇਹਨਾਂ ਗੱਲਾਂ ਨੂੰ, ਆਪਾਂ ਚੱਲਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੇਰੇ ਸ਼ਹਿਰ ਦੀ, ਤੇ ਜਿੱਥੋਂ ਅਸੀਂ ਪੜ੍ਹੇ ਹਾਂ। ਕਿਉਂਕਿ ਪੰਜਾਬੀ ਯੂਨੀਵਰਸਿਟੀ ਹੀਬਰੂ ਯੂਨੀਵਰਸਿਟੀ ਤੋਂ ਬਾਅਦ ਸ਼ਾਇਦ ਦੁਨੀਆ ਦੀ ਇੱਕ ਇਹੋ ਜਿਹੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਮ ਦੇ ਉੱਤੇ ਬਣੀ ਹੈ। ਉੱਥੇ ਹੁਣ ਕਹਿੰਦੇ ਪੰਜਾਬੀ ਯੂਨੀਅਨ ਹੈ, ਕੋਈ ਪੰਜਾਬੀ ਬਚਾਓ ਮੋਰਚਾ ਲੱਗਾ, ਉਹ ਤਾਂ ਪੰਜਾਬੀ ਲਈ ਪੂਰਾ ਕੰਮ ਕਰ ਰਹੇ ਨੇ। ਤੁਸੀਂ ਕਹਿੰਦੇ ਹੋ ਵੀ ਪੰਜਾਬੀ ਲਈ ਕੰਮ ਨਹੀਂ ਕਰ ਰਿਹਾ ਹੈ, ਯੂਨੀਵਰਸਿਟੀ ਨੇ ਤਾਂ ਮੋਰਚਾ ਲਾਇਆ ਹੋਇਆ ਪੂਰਾ। ਬਿਲਕੁਲ ਲਾਇਆ ਹੋਇਆ। ਔਰ ਆਪਾਂ ਹੀ ਕਿਹਾ ਸੀ ਇਸੇ ਪਲੇਟਫਾਰਮ ਤੋਂ, ਤੁਹਾਡੇ ਦੂਜੇ ਰੇਡੀਓ ਤੋਂ ਕਿਹਾ ਸੀ, ਤੁਸੀਂ ਵਾਈਸ ਚਾਂਸਲਰ ਸਾਹਿਬ ਨੂੰ ਘੇਰਿਆ ਸੀ। ਔਰ ਆਪਾਂ 1.5 ਸਾਲ ਪਹਿਲਾਂ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ ਇਸੇ ਯੂਨੀਵਰਸਿਟੀ ਨੂੰ ਚਿੱਠੀ ਲਿਖੀ ਸੀ ਵੀ ਤੁਸੀਂ ਪੰਜਾਬੀ ਨੂੰ ਇਗਨੋਰ ਕਰ ਰਹੇ ਹੋ, ਇਹਨੂੰ ਅੱਖੋਂ ਪਰੋਖੇ ਕਰ ਰਹੇ ਹੋ। ਤੁਹਾਡੀ ਜਿਹੜੀ ਕਿਤਾਬਾਂ ਵਾਲੀ ਵੈਨ ਆ ਉਹਦੇ ਤੇ ਤੁਸੀਂ ਬੁੱਕ ਵੈਨ ਲਿਖਿਆ ਹੋਇਆ, ਪੁਸਤਕ ਵਗੈਰਾ ਨਹੀਂ ਲਿਖੀ ਹੋਈ। ਤੁਹਾਡਾ ਜਿਹੜਾ ਰਿਸਰਚ ਦਾ ਖੋਜ ਦਾ ਡਿਪਾਰਟਮੈਂਟ ਹੈ, ਉਹਦੇ ਤੇ ਰਿਸਰਚ ਐਂਡ ਡਿਵੈਲਪਮੈਂਟ ਲਿਖਿਆ ਹੋਇਆ। ਉਹ ਆਪਾਂ ਸਾਰੀਆਂ ਗੱਲਾਂ ਲਿਖ ਕੇ ਚਿੱਠੀ ਲਿਖੀ ਸੀ ਵੀ ਤੁਸੀਂ ਤਾਂ, ਤੁਹਾਡੀ ਸਥਾਪਨਾ 1964 'ਚ ਓਨਲੀ ਪੰਜਾਬੀ ਦੀ ਡਿਵੈਲਪਮੈਂਟ ਲਈ, ਔਰ ਉਹ ਵੀ ਪਰਿਵਰਤਨ ਦੀ ਭਾਸ਼ਾ, ਮਤਲਬ ਹੋਰ ਭਾਸ਼ਾਵਾਂ ਦੇ ਵਿੱਚ ਅਸੀਂ ਪੰਜਾਬੀ ਨੂੰ ਦੇ ਜਿਹੜੇ ਸਬਜੈਕਟ ਨੇ ਉਹਨਾਂ ਨੂੰ ਪੰਜਾਬੀ 'ਚ ਪੜ੍ਹਾ ਸਕੀਏ, ਇਹਨੂੰ ਕੰਮ ਦਿੱਤਾ ਗਿਆ ਸੀ। ਤੁਸੀਂ ਉਹ ਸਾਰਾ ਛੱਡਤਾ ਹੈ ਤੇ ਤੁਸੀਂ ਪੰਜਾਬੀ ਨੂੰ ਭੁਲਾ ਰਹੇ ਹੋ। ਇਹ ਆਪਾਂ ਗੱਲ ਕਰੀ ਸੀ। ਉਦੋਂ ਵਾਈਸ ਚਾਂਸਲਰ ਸਾਹਿਬ ਤੁਹਾਡੀ ਇੰਟਰਵਿਊ ਨੂੰ ਛੱਡ ਕੇ ਭੱਜ ਗਏ ਸੀ। ਉਹ ਕਹਿੰਦੇ ਸੀ ਤੁਹਾਨੂੰ ਵਾਈਸ ਚਾਂਸਲਰ ਨਾਲ ਗੱਲ ਨਹੀਂ ਕਰਨੀ ਆਉਂਦੀ ਜੀ। ਹੁਣ ਉਹ ਜਿਹੜਾ ਦਾਅਵਾ ਆਪਾਂ 2.5 ਸਾਲ 1.5 ਸਾਲ ਪਹਿਲਾਂ ਹੀ ਕੀਤਾ ਹੈ, ਹੁਣ ਉਸੇ ਗੱਲ ਨੂੰ ਉਸੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ, ਨਾਨ ਟੀਚਿੰਗ ਸਟਾਫ ਤੇ ਕੁਝ ਵਿਦਿਆਰਥੀਆਂ ਨੇ ਰਲ ਕੇ ਖੁਦ ਇਹ ਮੋਰਚਾ ਲਾਇਆ ਹੈ
ਕਹਿੰਦੇ ਪੰਜਾਬੀ ਬਚਾਓ ਮੋਰਚਾ। ਹੁਣ ਅਸੀਂ ਪੁੱਛਿਆ ਵੀ ਪੰਜਾਬੀ ਨੂੰ ਫਿਰ ਨੁਕਸਾਨ ਕਿਹਨੇ ਕੀਤਾ ਹੈ, ਪਹਿਲਾਂ ਇਹ ਤਾਂ ਦੱਸ ਦਿਓ ਨਾ। ਬਚਾਓ ਕਿੱਥੋਂ ਬਚਾਈਏ ਕਿੱਥੋਂ, ਇਹ ਪਤਾ ਕਰਨਾ ਚਾਹੀਦਾ। ਹਾਂ, ਕਿਹਦੋਂ ਬਚਾਈਏ ਜਾਂ ਕਿਹਨੇ ਮਰਵਾਈ ਹੈ। ਇਸ ਮਾਰਨ ਕਿਨਾਰੇ ਲਿਆਂਦੀ ਕਿਹਨੇ ਹੈ? ਤੁਸੀਂ ਤਾਂ 1964 ਤੋਂ ਤਨਖਾਹਾਂ ਲਈ ਜਾਂਦੇ ਹੋ, 2-2 ਲੱਖ ਰੁਪਇਆ ਤੁਸੀਂ ਤਨਖਾਹ ਲੈਂਦੇ ਹੋ। ਇੱਕ ਪ੍ਰੋਫੈਸਰ ਦੀ ਤਨਖਾਹ 2-2 ਲੱਖ ਦੇ ਲਗਭਗ ਆ। ਫਿਰ ਦੇਖੋ ਵੀ ਮੰਗ ਕੀ ਆ। ਹੁਣ ਚਲੋ ਮੰਨ ਲਿਆ ਵੀ ਖਤਰੇ 'ਚ ਲਿਆਂਦੀ, ਅਸੀਂ ਵੀ ਲਿਆਤੀ, ਹੁਣ ਅਸੀਂ ਵੀ ਬਚਾਉਣੇ ਆ, ਕੋਈ ਗੱਲ ਨਹੀਂ, ਠੀਕ ਹੈ। ਯੋਜਨਾ ਕੀ ਦੇ ਰਹੇ ਨੇ? ਅਸੀਂ ਕਿਹਾ ਦੱਸੋ ਤਾਂ ਸਹੀ ਕਿਵੇਂ ਬਚਾਓਗੇ? ਕੋਈ ਪ੍ਰੋਗਰਾਮ ਨਹੀਂ ਨਵਾਂ। ਕਿਵੇਂ ਬਚਾਵਾਂਗੇ? ਕਹਿੰਦੇ ਜਿਹੜੀਆਂ ਇਹਨਾਂ ਦੀਆਂ ਵੀਡੀਓਜ਼ ਆਈਆਂ ਮੈਂ ਸੁਣੀਆਂ, ਉਹ ਕਹਿੰਦੇ ਨੇ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ 2-2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ, ਸਿਰਫ 2 ਮਹੀਨਿਆਂ ਦੀ। ਅੱਛਾ। ਲਾਕਡਾਊਨ ਦੇ ਵਿੱਚ 18-18 ਮਹੀਨੇ ਹੋ ਗਏ ਲੋਕਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਮੁਲਾਜ਼ਮ ਵਿਚਾਰੇ ਜਿਹੜੇ ਛੋਟੇ ਮਜ਼ਦੂਰ ਸੀ ਉਹ ਘਰੋਂ ਕੱਢੇ, ਨੌਕਰੀਆਂ 'ਚੋਂ ਕੱਢੇ ਬੈਠੇ ਭੁੱਖੇ ਮਰਦੇ ਆ। ਇਹ ਕਹਿੰਦੇ ਸਾਨੂੰ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ, ਜਿਹਦੇ ਨਾਲ ਅਸੀਂ ਮਰ ਗਏ, ਭੁੱਖੇ ਮਰਦੇ ਆ। ਤੇ ਫਿਰ ਕੀ ਕਹਿੰਦੇ ਨੇ? 400 ਕਰੋੜ ਰੁਪਈਆ ਮੰਗ। ਦੇਖੋ ਕੀ ਹੈ ਪੰਜਾਬੀ ਨੂੰ ਬਚਾਉਣ ਦੀ, ਵੀ 400 ਕਰੋੜ ਰੁਪਈਆ ਗੌਰਮੈਂਟ ਸਪੈਸ਼ਲ ਗ੍ਰਾਂਟ ਦੇਵੇ ਤੇ ਸਾਨੂੰ ਤਨਖਾਹ ਮਿਲੇ ਤੇ ਅਸੀਂ ਜਿਹੜੇ ਰੱਜ ਕੇ ਰੋਟੀ ਖਾਣ ਲੱਗੀਏ। ਇੱਕ ਮਿੰਟ ਇੱਥੇ ਰੁਕੋ ਜੀ, ਇੱਥੇ ਰੁਕੋ ਜੀ। ਇਹ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ ਜਾਂ 400 ਕਰੋੜ ਨਾਲ ਖਤਮ ਕਰਨ ਦੀ ਗੱਲ ਕਰ ਰਹੇ ਨੇ? ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਮੈਂ ਉੱਥੇ ਦਾ ਵਿਦਿਆਰਥੀ ਹਾਂ, ਪੰਜਾਬੀ ਨੂੰ ਖਤਮ ਕਰਨ ਲਈ ਕੰਮ ਕੀਤਾ। ਕਦੇ ਸੁਰਜੀਤ ਤਾਂ ਕੀਤਾ ਨਹੀਂ। 400 ਕਰੋੜ ਦੀ ਗ੍ਰਾਂਟ ਮਿਲ ਗਈ ਤਾਂ ਹੋਰ ਖਤਮ ਕਰਨਗੇ। ਔਰ ਮੈਂ ਇਹਨਾਂ ਨੂੰ ਪੁੱਛਿਆ, ਇੱਕ ਲੀਡਰ ਨੂੰ, ਵੀ ਸੈਲਰੀ ਤਾਂ ਤੁਹਾਨੂੰ ਭਾਈ ਆਏ ਮਹੀਨੇ ਚਾਹੀਦੀ ਹੈ ਜੀ, 400 ਕਰੋੜ ਨਾਲ ਸਰ ਜੂ, ਤੁਸੀਂ 2 ਮਹੀਨਿਆਂ ਨੂੰ ਫੇਰ ਕਹੋਗੇ ਪੰਜਾਬੀ ਬਚਾਓ। ਹੁਣ ਪੰਜਾਬੀ ਬਚਾਓ ਕਿਉਂ ਦੇ ਕਿਉਂ ਨੇ? ਇੱਕ ਇਮੋਸ਼ਨਲ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਪੰਜਾਬੀ ਦਿਵਸ ਹੈ, ਪੰਜਾਬੀ ਦੀ ਗੱਲ ਹੋਣ ਲੱਗ ਗਈ ਹੈ, ਤੇ ਅਸੀਂ ਜਿਹੜਾ ਪੰਜਾਬੀ ਦੇ ਨਾਂ ਤੇ ਸ਼ਾਇਦ ਲੋਕਾਂ ਨੂੰ ਭਰਮਾ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਇਮੋਸ਼ਨਲ ਇਹ ਕਹਿ ਕੇ ਵੀ ਜਿਹੜੀ ਮਾਂ ਬੋਲੀ ਦੇ ਨਾਂ ਤੇ ਬਣੀ ਹੋਈ ਪਹਿਲੀ ਯੂਨੀਵਰਸਿਟੀ ਹੈ, ਇਹ ਇਹਨਾਂ ਨੇ ਕਹਿ ਕੇ ਮੰਗ ਰੱਖੀ ਹੈ। ਇਹ ਬਿਲਕੁਲ ਨਜਾਇਜ਼ ਆ। ਔਰ ਦੇਖੋ ਪਿਆਰ ਕਿੰਨਾ ਹੈ ਪੰਜਾਬੀ ਮਾਂ ਬੋਲੀ ਲਈ। ਇਹ ਜਿਹੜਾ ਮੋਰਚਾ ਲਾਇਆ ਇਹਨਾਂ ਨੇ 19 ਤਰੀਕ ਨੂੰ ਲਾਇਆ, 19 ਫਰਵਰੀ ਨੂੰ, ਜਦੋਂ ਕਿ ਮਾਤ ਭਾਸ਼ਾ ਦਿਵਸ 21 ਫਰਵਰੀ ਨੂੰ ਹੈ। ਅਸੀਂ ਪੁੱਛਿਆ ਵੀ ਇਹ ਕੀ ਗੱਲ ਬਈ, 19 ਨੂੰ ਕਿਉਂ ਕੀਤਾ, 21 ਨੂੰ ਕਿਉਂ ਨਹੀਂ ਕਰਦੇ? ਕਹਿੰਦੇ ਜੀ ਇਹ ਸਾਡਾ ਵਰਕਿੰਗ ਡੇ ਹੈ, 19 ਨੂੰ ਸਾਡਾ ਵਰਕਿੰਗ ਡੇ ਹੈ, ਸਰਕਾਰ ਤੋਂ ਤਨਖਾਹ। ਇਹ ਮੈਂ ਕਹਿੰਦਾ ਆਪਣੇ ਵੱਲੋਂ, ਉਹਨਾਂ ਨੇ ਕਿਹਾ ਸਰਕਾਰ ਤੋਂ ਤਨਖਾਹ ਵੀ ਲਵਾਂਗੇ ਜੀ, ਜਿਹੜਾ ਨਾਨ ਟੀਚਿੰਗ ਸਟਾਫ ਹੈ ਉਹ ਵੀ ਲਊਗਾ, ਵਿਦਿਆਰਥੀ ਸਾਡੇ ਨਾਲ ਆਪੀ ਆ ਜਾਣਗੇ ਨਾਲ, ਤੇ ਸਾਡਾ ਜਿਹੜਾ ਇਕੱਠਾ ਹੋ ਜਾਊਗਾ। ਅਸੀਂ ਇੱਕ ਦਿਨ ਮਾਂ ਬੋਲੀ ਨੂੰ ਨਹੀਂ ਦੇ ਸਕਦੇ, ਅਸੀਂ ਐਤਵਾਰ ਵਾਲੇ ਦਿਨ ਨਹੀਂ ਆ ਸਕਦੇ। ਮੇਰਾ ਸਵਾਲ ਤੁਹਾਡੇ ਤੱਕ ਆ ਕਿ ਸਲਾਹਕਾਰ ਬੋਰਡ ਦੇ ਮੈਂਬਰ ਕਿੰਨੇ ਆ ਤੇ ਇਹਦੇ ਮੈਂਬਰ ਬਣਿਆ ਕਿਵੇਂ ਜਾ ਸਕਦਾ? ਕੀ ਪਤਾ ਹੁੰਦਾ ਬੰਦਾ ਕਿਤੇ ਪੰਜਾਬ ਮੂਵ ਹੋਣ ਦੀ ਸੋਚ ਲਵੇ, ਵੀ ਇਹਦੇ ਮੈਂਬਰ ਕਿਵੇਂ ਬਣਿਆ ਜਾ ਸਕਦਾ? ਮੈਨੂੰ ਇਹਦੇ ਬਾਰੇ ਜ਼ਰੂਰ ਦੱਸੋ। ਕਿਹੜੇ ਦੋ ਆਪਾਂ ਸਲਾਹਕਾਰ ਬੋਰਡਾਂ ਦੀ ਗੱਲ ਕੀਤੀ। ਇੱਕ ਤਾਂ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਦਾ ਸਲਾਹਕਾਰ ਬੋਰਡ, ਜਿਹੜਾ ਪੰਜਾਬ ਸਰਕਾਰ ਦੇ ਅਵਾਰਡ ਦਿੰਦਾ ਹੈ। ਇੱਕ ਹੈਗਾ ਕੇਂਦਰ ਸਰਕਾਰ ਦੀ ਜਿਹੜੀ ਸਾਹਿਤ ਅਕੈਡਮੀ ਹੈ, ਉਹਦਾ ਪੰਜਾਬੀ ਸਲਾਹਕਾਰ ਬੋਰਡ ਹੈ, ਜਿਹੜਾ ਤਾਂ ਕੇਂਦਰ ਸਰਕਾਰ ਦਾ, ਉਹਦੇ ਤਾਂ 10 ਮੈਂਬਰ ਹੁੰਦੇ ਆ, ਔਰ ਉਹੀ ਮੈਂਬਰਾਂ ਨੇ ਕਬਜ਼ਾ ਕੀਤਾ ਹੋਇਆ ਹੈ। ਬਣਦੇ ਦਾ ਨਿਯਮਾਂ ਮੁਤਾਬਕ ਤਾਂ ਯੂਨੀਵਰਸਿਟੀਆਂ ਤੋਂ ਨੁਮਾਇੰਦੇ ਆਉਂਦੇ ਆ, ਸਾਹਿਤਕਾਰਾਂ 'ਚੋਂ ਆਉਂਦੇ ਆ, ਸਾਹਿਤਕਾਰ ਵਿਨਰ ਹੈ ਜਿਹੜੇ ਪਹਿਲਾਂ ਪੁਰਸਕਾਰ ਲਏ ਉਹਨਾਂ ਨੂੰ ਆਉਂਦੇ ਆ। ਪਰ ਇੱਕ ਧੜਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ 20 ਸਾਲ ਤੋਂ ਤਾਂ ਮੈਂ ਦੇਖਦਾ ਕਾਬਜ਼ ਹੈ, ਉਹੀ ਸਾਰਾ ਕੁਝ ਕਰਦਾ ਹੈ। ਇੱਦਾਂ ਹੀ ਉਹੀ ਬੰਦੇ ਪੰਜਾਬ ਭਾਸ਼ਾ ਬੋਰਡ ਦਾ ਜਿਹੜਾ ਬਣਦਾ ਉੱਥੇ ਕਾਬਜ਼ ਨੇ। ਇੱਥੇ ਕੋਈ ਸ਼ਰਤ ਨਹੀਂ, ਕਿਉਂਕਿ ਕੋਈ ਨਿਯਮ ਨਹੀਂ ਵੀ ਬੋਰਡ ਦੇ ਜਦੋਂ ਨਿਯਮ ਬਣਦੇ ਆ ਤਾਂ ਇਹ ਵੀ ਹੁੰਦਾ ਵੀ ਬੋਰਡ ਕਿੰਨੇ ਮੈਂਬਰਾਂ ਦਾ ਹੋਊਗਾ, ਉਹਦੇ 'ਚ ਕਿਹਨੂੰ ਨੁਮਾਇੰਦਗੀ ਦੇਣੀ ਹੈ, ਬੋਰਡ ਦੇ ਜਿਹੜੇ ਮੈਂਬਰ ਆ ਉਹਨਾਂ ਦੀਆਂ ਕੀ ਕੁਆਲੀਫਿਕੇਸ਼ਨਾਂ ਹੋਣਗੀਆਂ, ਇਹੀ ਤਾਂ ਨਿਯਮ ਬਣਦੇ ਆ, ਇਹੀ ਪ੍ਰੋਸੀਜਰ ਹੁੰਦਾ। ਕੋਈ ਨਿਯਮ ਨਹੀਂ, ਕੋਈ ਪ੍ਰੋਸੀਜਰ ਨਹੀਂ, ਕੋਈ ਗਿਣਤੀ ਨਹੀਂ, ਜਿੰਨਾ ਸਰਕਾਰ ਚਾਹੁੰਦੀ ਹੈ ਉਹ ਬਣਾ ਲੈਂਦੀ ਹੈ। ਐਤਕੀ ਕੀ ਹੋਇਆ ਵੀ ਜਿਹੜੀ ਪਹਿਲੀ ਨੋਟੀਫਿਕੇਸ਼ਨ ਹੋਈ ਹੈ ਉਹ 3 ਜਾਂ 8 ਜੂਨ ਨੂੰ ਹੋਈ, ਬੋਰਡ ਬਣਿਆ। ਫਿਰ ਇੱਕ ਨੇ ਅਸਤੀਫਾ ਦੇਤਾ। ਅਸਤੀਫਾ ਤਾਂ ਦਿੱਤਾ ਵੀ ਹਾਈ ਕੋਰਟ ਕਹਿੰਦਾ ਵੀ ਜਿਹਨੂੰ ਪੁਰਸਕਾਰ ਮਿਲਣਾ ਉਹ ਬੋਰਡ 'ਚ ਮੈਂਬਰ ਨਹੀਂ ਹੋਣਾ ਚਾਹੀਦਾ, ਕਿਉਂਕਿ 2 ਸਾਡੇ ਮਹਾਨ ਸਾਹਿਤਕਾਰ, ਨਾਵਲਕਾਰ, ਮੈਂ ਨਾ ਹੀ ਲੈ ਦਿੰਦਾ, ਉਹ ਤਾਂ ਮਰਹੂਮ ਨੇ, ਚਾਹੀਦਾ ਨਹੀਂ, ਕਿਉਂਕਿ ਉਹ ਔਨ ਰਿਕਾਰਡ ਹੈ। ਬੀਬੀ ਆਪਣੇ ਦਲੀਪ ਕੌਰ ਟਿਵਾਣਾ ਔਰ ਜਸਵੰਤ ਸਿੰਘ ਕਮਲ, ਉਦੋਂ ਇਹ ਜਿਹੜੇ ਰਤਨ ਪੁਰਸਕਾਰ ਨੇ ਵੱਡੀ ਰਾਸ਼ੀ ਦੇ ਸ਼ੁਰੂ ਹੋਏ ਸੀ, ਦੋਨੋਂ ਇਹ ਆਨਰੇਬਲ ਮੈਂਬਰ ਸੀ। ਇਹ ਬਾਹਰ ਚਲੇ ਗਏ, ਕਹਿੰਦੇ ਇਹਦਾ ਫੈਸਲਾ ਤੁਸੀਂ ਕਰ ਲਓ, ਤੇ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਦੇ ਦਿਓ। ਹਾਈ ਕੋਰਟ 'ਚ ਰਿਟ ਪਟੀਸ਼ਨ ਗਈ,
ਹਾਈ ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ ਵੀ ਕਿਵੇਂ ਬੋਰਡ ਦੇ ਮੈਂਬਰਾਂ ਨੇ ਬਿਹੇਵ ਕਰਨਾ, ਇਹ ਗਲਤ ਹੈ। ਤਾਂ ਉਹਨਾਂ ਨੇ ਨਿਯਮ ਬਣਾਏ ਸੀ ਵੀ ਜਿਹੜਾ ਬੋਰਡ ਦਾ ਮੈਂਬਰ ਹੈ ਉਹ ਆਪਣੇ ਲਈ ਜੇ ਉਹਦਾ ਨਾਂ ਆਉਂਦਾ ਹੈ ਤਾਂ ਉਹ ਅਸਤੀਫਾ ਦੇਊਗਾ। ਤਾਂ ਇਹਨਾਂ ਨੇ ਇੱਕ ਮੈਂਬਰ ਨੇ ਅਸਤੀਫਾ ਦਿੱਤਾ ਵੀ ਸ਼ਾਇਦ ਮੈਨੂੰ ਉਹਦਾ ਨਾਂ ਆਇਆ ਹੋਣਾ ਵੀ ਤੈਨੂੰ ਦੇਵਾਂਗੇ, ਪਰ ਅਫਸੋਸ ਵੀ ਨਾ ਉਹਨੂੰ ਅਸਤੀਫਾ ਦੇਤਾ, ਪਰ ਉਹਨੂੰ ਰਿਵਾਰਡ ਵੀ ਨਹੀਂ ਮਿਲਿਆ। ਇੱਦਾਂ ਇੱਕ ਦੋ ਨੇ ਅਸਤੀਫੇ ਦੇ ਤੇ ਫੇਰ ਕਰਤੇ, ਫਿਰ ਗੌਰਮੈਂਟ ਨੇ ਹੋਰ 5 ਬੰਦਿਆਂ ਦੀ ਇੱਕ ਹੋਰ ਨੋਟੀਫਿਕੇਸ਼ਨ ਕਰਤੀ, ਇਹ ਵਧਾਈ ਗਏ ਨੇ ਅਖੀਰ ਤੱਕ। ਇਸ ਟਾਈਮ ਲਾਸਟ ਦੇ ਵਿੱਚ ਜਦੋਂ ਮੀਟਿੰਗ ਹੋਈ ਹੈ 43 ਮੈਂਬਰ ਸੀ ਜੀ ਇਹਦੇ, 43 ਇੱਕ ਸਕਰੀਨਿੰਗ ਕਮੇਟੀ ਬਣਦੀ ਆ ਉਦੋਂ ਪਹਿਲਾਂ, ਉਹਦੀ 13-14 ਮੈਂਬਰ ਸੀ। ਉਹੀ ਮੈਂਬਰ ਨੇ ਉਹੀ ਜਿਹੜੇ ਆਲੇ ਦੁਆਲੇ ਬੈਠੇ ਆ ਇਹ ਕਰਦੇ ਆ, ਕੋਈ ਕੁਆਲੀਫਿਕੇਸ਼ਨ ਨਹੀਂ। ਦੋਨਾਂ ਬੋਰਡਾਂ ਦੇ ਮੈਂਬਰ ਬਣਨ ਦੀ ਸਿਫਾਰਿਸ਼ ਚਾਹੀਦੀ ਹੈ। ਸਿਆਸੀ ਤੇ ਜਿਹੜੇ ਗਰੁੱਪ ਕਾਬਜ ਨੇ, ਤਾਕਤਵਰ ਸਾਹਿਤਕ ਗਰੁੱਪ ਨੇ, ਸਾਹਿਤਕਾਰਾਂ ਦੇ ਨਹੀਂ, ਸਾਹਿਤਕ ਧੜੇ ਹੈ, ਉਹਨਾਂ ਦਾ ਤੁਹਾਨੂੰ ਆਸ਼ੀਰਵਾਦ ਪ੍ਰਾਪਤ ਹੋਵੇ, ਆਹੀ ਕੁਆਲੀਫਿਕੇਸ਼ਨ ਹੈ ਜੀ। ਮਿੱਤਰ ਸਨਮੀਤ ਜੀ, ਆਪਣੇ ਕੋਲ ਤਕਰੀਬਨ 10 ਮਿੰਟ ਰਹਿ ਗਏ ਨੇ। ਜਿਹੜੀ ਵੈਬਸਾਈਟ ਦੀ ਗੱਲ ਤੁਸੀਂ ਕਰੀ ਸੀ ਜੀ, ਇਹਦੇ ਵਿੱਚ ਆਪਾਂ ਬੜੀ ਮਿਹਨਤ ਨਾਲ ਇਹ ਤਿਆਰ ਕੀਤੀ ਹੈ। ਇਹਦੇ ਵਿੱਚ ਪਹਿਲਾਂ ਤਾਂ ਆਪਾਂ ਜਿੰਨੇ ਕਾਨੂੰਨ ਹੈ ਸਾਰੇ, ਜਿਹੜੇ ਦੋ ਹੀ ਵੱਡੇ ਕਾਨੂੰਨ ਆ ਜਿਹੜੇ ਪੰਜਾਬੀ ਨੂੰ ਲਾਗੂ ਕਰਾਉਣ ਲਈ ਬਣੇ ਹੋਏ ਆ, ਉਹ ਦੋਨੋਂ ਕਾਨੂੰਨ ਅੰਗਰੇਜ਼ੀ 'ਚ ਵੀ ਨੇ, ਪੰਜਾਬੀ 'ਚ ਵੀ ਨੇ। ਫਿਰ ਜਿਹੜੇ ਪੰਜਾਬ ਸਰਕਾਰ ਨੇ ਨਿਯਮ ਬਣਾਏ ਨੇ, ਹੁਕਮ ਜਾਰੀ ਕੀਤੇ ਨੇ ਪੰਜਾਬੀ ਲਾਗੂ ਕਰਨ ਲਈ, ਉਹ ਇਹਦੇ ਵਿੱਚ ਆਪਾਂ ਪਾਏ ਹੋਏ ਨੇ। ਜਿਹੜੀਆਂ ਆਪਾਂ 50 ਦੇ ਲਗਭਗ ਚਿੱਠੀਆਂ ਹੁਣ ਤੱਕ 2 ਸਾਲਾਂ 'ਚ ਜਾਰੀ ਕੀਤੀਆਂ ਨੇ ਪੰਜਾਬ ਸਰਕਾਰ ਨੂੰ, ਜਿਹਦਾ ਆਪਾਂ ਜ਼ਿਕਰ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਉਹ ਕੁਲਪਤੀ ਨੂੰ, ਉਪ ਕੁਲਪਤੀ ਨੂੰ, ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਨੂੰ, ਉਪ ਕੁਲਪਤੀ ਨੂੰ, ਉਹ ਸਾਰੀਆਂ ਚਿੱਠੀਆਂ ਨੇ। ਇਹਦੇ ਵਿੱਚ ਜੋ ਸਾਡੀਆਂ ਪ੍ਰਾਪਤੀਆਂ ਨੇ ਉਹਨਾਂ ਦਾ ਜ਼ਿਕਰ ਹੈ। ਅਸੀਂ 2 ਸਾਲ ਪਹਿਲਾਂ, ਕਿਉਂਕਿ ਐਤਕੀ ਤਾਂ ਕਰੋਨਾ ਨੇ ਲੈ ਲਿਆ, ਕਾਲਜ ਲੱਗਦੇ ਨਹੀਂ ਸੀ, ਪਿਛਲੀ ਵਾਰੀ ਹੋ ਨਹੀਂ ਸਕਿਆ, 2 ਸਾਲ ਪਹਿਲਾਂ ਆਪਾਂ 8 ਕਾਲਜਾਂ 'ਚ ਜਾ ਕੇ ਜਿਹੜਾ ਮਾਤ ਭਾਸ਼ਾ ਦਿਵਸ ਇੱਕ ਦਿਨ ਦਾ ਨਹੀਂ 15 ਦਿਨਾਂ ਦਾ ਬਣਾਇਆ ਸੀ, ਪੰਦਰਵਾੜਾ। ਔਰ ਉਹਨਾਂ ਖਬਰਾਂ ਦਾ ਹੀ ਅਸਰ ਹੈ ਇਹ ਵੀ ਐਤਕੀ ਜਗ੍ਹਾ ਜਗ੍ਹਾ ਦੇ ਉੱਤੇ ਇਹ ਜਿਹੜਾ ਮਾਂ ਬੋਲੀ ਦਾ ਜਿਹੜਾ ਦਿਹਾੜਾ ਹੈ ਇਹ ਲੋਕਾਂ ਨੇ ਮਨਾਇਆ, ਉਹ ਆਪਾਂ ਬਣਾਇਆ। ਤੇ ਆਪਾਂ ਸਾਰੀਆਂ ਉਹਨਾਂ ਕੋਲ ਜਾ ਕੇ ਬੈਂਸ ਸਾਹਿਬ ਨੂੰ, ਗਾਂਧੀ ਉਦੋਂ MP ਸੀਗੇ ਧਰਮਵੀਰ ਗਾਂਧੀ, ਉਹਨਾਂ ਨੂੰ, ਖਹਿਰਾ ਸਾਹਿਬ ਨੂੰ, ਚਰਨਜੀਤ ਚੰਨੀ ਨੂੰ, ਅਕਾਲ ਤਖਤ ਸਾਹਿਬ ਤੇ ਜਦੋਂ ਤੁਹਾਡਾ ਕੈਨੇਡਾ ਦਾ ਇੱਕ ਵਫਦ ਇੱਧਰ ਆਇਆ ਸੀਗਾ ਉਹਨਾਂ ਦੀ ਸਰਪ੍ਰਸਤੀ 'ਚ ਅਸੀਂ ਅਕਾਲ ਤਖਤ ਸਾਹਿਬ ਕੋਲੇ ਗਏ ਸੀ, ਅਸੀਂ SGPC ਦੇ ਪ੍ਰਧਾਨ ਨੂੰ ਮਿਲੇ ਸੀ। ਉਹ ਸਾਰੀਆਂ ਜਿਹੜੀਆਂ ਸਾਡੀਆਂ ਚਿੱਠੀਆਂ, ਉਹ ਸਾਰੀਆਂ ਜਿਹੜੀਆਂ ਫੋਟੋਗ੍ਰਾਫਸ ਨੇ, ਉਹ ਸਾਰੀਆਂ ਤਸਵੀਰਾਂ ਅਸੀਂ ਇਸ ਵੈਬਸਾਈਟ ਦੇ ਉੱਤੇ ਪਾਈਆਂ ਹੋਈਆਂ। ਬਹੁਤ ਕੁਝ ਹੈ। ਇੱਕ ਵਿਦਿਆਰਥੀ ਤਾਂ ਕਹਿੰਦਾ ਵੀ ਮੈਂ ਤਾਂ ਇੰਨੀ ਤੁਸੀਂ ਭਾਸ਼ਾ ਦੀ ਇਹਦੇ 'ਚ ਸੂਚਨਾ ਦਿੱਤੀ ਹੋਈ ਹੈ ਵੀ ਮੈਂ PhD ਕਰ ਸਕਦਾ ਭਾਸ਼ਾ ਤੇ, ਇੰਨਾ ਆਪਾਂ ਜਿਹੜਾ ਹੈਗਾ ਇਹ ਦਿੱਤਾ ਹੈ। ਔਰ ਬੜੀ ਖੋਲੀ ਜਾਂਦੀ ਹੈ, ਪੜ੍ਹੀ ਜਾਂਦੀ ਹੈ ਇਹ ਭਾਸ਼ਾ। ਇਹ ਜਿਹੜੀ ਇੱਕ ਸਾਡੀ ਵੱਡੀ ਪ੍ਰਾਪਤੀ ਹੈ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੀ। ਔਰ ਦੇਖ ਲਓ, ਨਾ ਕਲਾ ਪਰਿਸ਼ਦ ਦੀ ਹੈ ਜਿਹਦਾ 3 ਕਰੋੜ ਦਾ ਬਜਟ ਹੈ, ਨਾ ਤੁਹਾਨੂੰ ਭਾਸ਼ਾ ਵਿਭਾਗ ਦੀ ਵੈਬਸਾਈਟ ਹੈ, ਨਹੀਂ ਖੋਲ੍ਹ ਕੇ ਦੇਖ ਲਓ, ਨਾ ਜਿਹੜੀ ਲੁਧਿਆਣੇ ਦੀ ਅਕੈਡਮੀ ਹੈ ਜਿਹੜੀ ਛੱਡੋ ਪਰੇ ਵਿਖੀ ਕਰਦੀ ਹੈ, ਨਾ ਇਹਨਾਂ ਦੀ ਵੈਬਸਾਈਟ ਹੈ। ਇਹ ਆਪਾਂ ਇੱਕ ਛੋਟਾ ਜਿਹਾ ਅਦਾਰਾ ਜਿਹਦਾ ਨਾ ਕੋਈ ਅਕਾਊਂਟ ਹੈ, ਨਾ ਜਿਹਦਾ ਕੋਈ ਬਜਟ ਹੈ, ਨਾ ਜਿਹੜਾ ਕੋਈ ਪੈਸੇ ਇਕੱਠੇ ਕਰਦਾ ਹੈ, ਉਹਨਾਂ ਨੇ ਇੱਕ ਵੈਬਸਾਈਟ ਚਲਾ ਰੱਖੀ ਹੈ। ਇਹ ਵੀ ਸਾਡੀਆਂ ਇੱਕ ਪ੍ਰਾਪਤੀਆਂ, ਪੰਜਾਬੀ ਲਈ ਸਮਰਪਿਤ ਜਿਹੜੀ ਸਾਡੀ ਸੇਵਾ ਹੈ ਉਹਦਾ ਇੱਕ ਇਹ ਪ੍ਰਤੀਕ ਹੈ, ਪ੍ਰਾਪਤੀ ਹੈ ਜੀ। ਮੀਤ ਸਾਹਿਬ, ਤੁਹਾਡੇ ਤੋਂ ਇੱਕ ਮੇਰੇ ਵੱਲੋਂ ਇੱਕ ਆਖਰੀ ਸਵਾਲ ਹੋਵੇਗਾ ਕਿ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਣੀ ਚਾਹੀਦੀ ਆ, ਇਹ ਗੱਲ ਦਾ ਸਰਕਾਰਾਂ ਦੇ ਧਿਆਨ ਵਿੱਚ ਕਿਵੇਂ ਆਇਆ? ਤੇ ਦੂਜੇ ਪਾਸੇ ਕੀ ਇਸ ਜਾਗਰਤੀ ਪਿੱਛੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇਹਨਾਂ ਦੀ ਕੀ ਭੂਮਿਕਾ ਰਹੀ ਹੈ? ਇਹ ਦੋਨੇ ਮੈਂ ਤੁਹਾਤੋਂ ਗੱਲਾਂ ਜਾਣੂਗੀ ਜੀ। ਬਹੁਤ ਵਧੀਆ ਤੁਸੀਂ ਇਹ ਕੀਤਾ। ਜਿਵੇਂ ਮੈਂ ਕਿਹਾ ਵੀ 2 ਕਾਨੂੰਨ ਹੀ ਨੇ ਜਿਹੜੇ ਪੰਜਾਬੀ ਪੱਖੀ ਨੇ, ਉਹਦੇ ਵਿੱਚੋਂ ਇੱਕ ਕਾਨੂੰਨ ਇਹ ਹੈ ਜਿਹਦੇ ਵਿੱਚ 2008 ਦਾ ਵੀ ਪ੍ਰਾਈਵੇਟ ਸਕੂਲ ਆ ਜਿਹੜੇ, ਹਰ ਸਕੂਲ 'ਚ ਹੀ ਲਾਗੂ ਆ, ਉਹ ਆਪਾਂ ਪ੍ਰਾਈਵੇਟ 'ਚ ਕਰਦੇ ਹਾਂ ਗੱਲ, ਵੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਜਿਹੜੀ ਪੜ੍ਹਾਈ ਹੈ ਪੰਜਾਬੀ ਦੀ ਕਰਾਉਣੀ ਜ਼ਰੂਰੀ ਹੈ। ਔਰ ਇੱਕ ਜ਼ਰੂਰੀ ਵਿਸ਼ੇ ਦੇ ਤੌਰ ਤੇ ਪੜ੍ਹਾਉਣੀ ਜ਼ਰੂਰੀ ਹੈ। ਔਰ ਉਹਦੇ ਉੱਤੇ ਸ਼ਰਤ ਹੈ ਵੀ ਜਿਹੜਾ ਬੱਚਾ 10ਵੀਂ ਦਾ ਇਮਤਿਹਾਨ ਪਾਸ ਨਹੀਂ ਕਰੂਗਾ ਤਾਂ ਉਸ ਨੂੰ 10ਵੀਂ ਪਾਸ ਦਾ ਸਰਟੀਫਿਕੇਟ ਕੋਈ ਵੀ ਸੰਸਥਾ ਨਹੀਂ ਦੇ ਸਕਦੀ। ਇਹ ਡਰਾ ਹੈ, ਇਹ ਕਾਨੂੰਨ ਦੀ ਇੱਕ ਡੰਡਾ ਉਹਦੇ ਉੱਤੇ। ਇਹ 2008 'ਚ ਬਣਿਆ ਔਰ ਇਹਨੂੰ ਰੱਦੀ ਦੀ ਟੋਕਰੀ ਸਿੱਟ ਦਿੱਤਾ ਗਿਆ। ਇਹ ਜਦੋਂ ਆਪਾਂ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ
ਤਾਂ ਕਿਉਂਕਿ ਆਪਾਂ ਜਿਹੜਾ ਭਾਈਚਾਰਾ ਹੈ ਉਹਦਾ ਮੁੱਖ ਜਿਹੜਾ ਟੂਲ ਹੈ ਜਾਂ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹ ਕਾਨੂੰਨ ਹੈ। ਅਸੀਂ ਧਰਨਿਆਂ 'ਚ ਸਟ੍ਰਾਈਕਾਂ 'ਚ ਵਿਸ਼ਵਾਸ ਨਹੀਂ ਕਰਦੇ, ਅਸੀਂ ਕਾਨੂੰਨ ਨਾਲ ਲਾਗੂ ਕਰਾ ਕੇ ਸਾਡਾ ਸਾਧਨ ਧਰਨਿਆਂ ਇਹ ਤੇ ਹੈ। ਹੜਤਾਲਾਂ 'ਚ ਹਾਂਜੀ ਹਾਂਜੀ, ਹੜਤਾਲਾਂ ਦੀ ਤਾਂ ਹਾਂਜੀ ਉਹ ਜੀ ਹੈਗਾ ਸਾਡਾ ਫਿਰ ਕਾਨੂੰਨ। ਮੀਤ ਸਰ ਮੇਰੀ ਵੀ ਐਵੇਂ ਹੀ ਕਲਾਸ ਲੱਗਦੀ ਹੈ ਨਹੀਂ, ਜੀ, ਤੁਸੀਂ- ਮੈਂ ਬਹੁਤ ਤੁਸੀਂ- ਕੋਈ ਨਹੀਂ ਬੋਲਣ ਲੱਗਣੀ ਲੱਗ ਚਾਹੀਦੀ ਪਈ। ਹੈ, ਜਿੰਨਾ ਕੁ ਹੋ ਸਕਦਾ ਆਪਾਂ ਯਤਨ ਕਰਦੇ ਹਾਂ। ਜੀ ਨਹੀਂ ਤਾਂ ਬਿਲਕੁਲ ਜੀ। 50% ਜਿਹੜੇ ਫਿਰ ਆ ਗਿਆ, ਅਸੀਂ ਸ਼ਬਦ ਅੰਗਰੇਜ਼ੀ ਦੇ ਬੋਲਣੇ 50% ਜੀ ਹਾਂਜੀ, ਚਲੋ ਅਸੀਂ ਫਿਰ ਉਹ ਕੀ ਹੋਇਆ ਵੀ ਫਿਰ ਕਹੋਗੇ 2 ਮਿੰਟ ਥੋੜੇ ਰਹਿ ਗਏ, ਤਾਂ ਉਹ ਕਾਨੂੰਨ ਆਪਾਂ ਕੱਢਿਆ ਰੱਦੀ ਦੀ ਟੋਕਰੀ ਚੋਂ, ਉਹਦੇ ਬਾਰੇ ਚਿੱਠੀ ਪੱਤਰ ਕੀਤਾ, ਜੀ ਮੰਤਰੀਆਂ ਨੂੰ ਲਿਖਿਆ, ਮਿਲਿਆ। ਪਿਛਲੇ ਸਾਲ ਚਰਨਜੀਤ ਚੰਨੀ ਨੂੰ ਅਸੀਂ ਮਿਲ ਕੇ ਦੱਸ ਕੇ ਆਏ ਸੀ ਵੀ ਆਹ ਗੱਲ ਹੈ। ਉਹ ਅਸੀਂ ਇੰਨੀ ਪੈਰਵਾਈ ਕੀਤੀ, ਕਾਨੂੰਨੀ ਨੋਟਿਸ ਦਿੱਤੇ, ਹੋਰ ਕੀਤੇ ਵੀ, ਕਿਉਂਕਿ ਕਾਨੂੰਨ ਤੋਂ ਪੰਜਾਬ ਸਰਕਾਰ ਵੀ ਨਹੀਂ ਸੀ ਭੱਜ ਸਕਦੀ। ਤਾਂ ਇਹਨਾਂ ਨੂੰ ਅਖੀਰ 'ਚ ਡਾਇਰੈਕਸ਼ਨਾਂ ਦੇਣੀਆਂ ਪਈਆਂ, ਹਦਾਇਤਾਂ ਦੇਣੀਆਂ ਪਈਆਂ ਬੋਰਡਾਂ ਨੂੰ, ਦੋਨਾਂ ਨੂੰ, ਕੇਂਦਰੀ ਬੋਰਡਾਂ ਨੂੰ, CBSE ਨੂੰ, ICSE ਨੂੰ ਤੇ DOs ਨੂੰ ਵੀ ਇਹ ਜਿਹੜਾ ਕਾਨੂੰਨ ਹੈ ਲਾਗੂ ਕਰੋ। ਉਹਦਾ ਸਿੱਟਾ ਇਹ ਨਿਕਲਿਆ ਸੀਗਾ ਵੀ ਜਿਹੜਾ ਕਰੋਨਾ ਨੇ ਖਾ ਲਿਆ ਪਿਛਲਾ ਸੈਸ਼ਨ, ਉਹਦੇ ਵਿੱਚ ਪੰਜਾਬੀ ਲਾਗੂ ਹੋ ਗਈ ਸੀ ਤੇ ਉਹਨਾਂ ਨੇ ਕਰਨੀ ਸੀ। ਹੁਣ ਅਸੀਂ 1 ਅਪ੍ਰੈਲ ਤੋਂ ਇਹ ਨਿਗਾਹ ਰੱਖਾਂਗੇ ਵੀ ਅਗਲਾ ਕੋਈ ਇਸ ਤਰ੍ਹਾਂ ਦਾ ਸਕੂਲ ਨਾ ਹੋਵੇ ਜਿਹੜਾ ਇਹਨੂੰ ਨਾ ਪੜ੍ਹਾਵੇ। ਇਹ ਲਾਗੂ ਹੋ ਗਿਆ, ਆਪਾਂ ਕਰਾਇਆ। ਆਪਣੀਆਂ ਚਿੱਠੀਆਂ ਜਿਹੜੀਆਂ ਆਪਾਂ ਅਗਸਤ 18 ਤੋਂ ਸ਼ੁਰੂ ਕੀਤੀਆਂ, ਅਕਤੂਬਰ ਤੋਂ, ਉਹ ਆਪਣੀ ਵੈਬਸਾਈਟ ਦੇ ਉੱਤੇ ਪਈਆਂ। ਜੋ ਉਹਨਾਂ ਚਿੱਠੀਆਂ ਨੂੰ ਮੰਨ ਕੇ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ, ਉਹ ਸਾਡੀ ਵੈਬਸਾਈਟ 'ਤੇ ਪਈਆਂ। ਔਰ ਸਭ ਤੋਂ ਵੱਡੀ ਪ੍ਰਾਪਤੀ, ਕੱਲ੍ਹ ਜਿਹੜਾ ਕਲਾ ਪਰਿਸ਼ਦ ਸਰਕਾਰੀ ਅਦਾਰਾ, ਉਹਦੇ ਵਿੱਚ ਪ੍ਰੋਗਰਾਮ ਹੋਇਆ ਸੀ। ਉਹਦੇ ਵਿੱਚ ਚਰਨਜੀਤ ਚੰਨੀ ਗਏ ਸੀ ਔਰ ਉਹਨਾਂ ਨੇ ਉੱਥੇ ਕਿਹਾ ਇਹ ਗੱਲ, ਵੈਸੇ ਤਾਂ ਪਤਾ ਨਹੀਂ ਕਿਹੜੇ ਮੰਤਰੀ ਨੇ, ਕਿੰਨੇ ਕੁ ਪੜ੍ਹੇ ਹੋਏ ਨੇ ਇਹ ਕਹਿੰਦੇ ਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ 10ਵੀਂ ਤੱਕ ਪੜ੍ਹਾਈ ਜਾਣੀ ਚਾਹੀਦੀ ਹੈ। ਇਹ ਅਸੀਂ ਤਾਂ ਕਹਿ ਸਕਦੇ ਹਾਂ ਵੀ ਚਾਹੀਦੀ ਹੈ। ਹੁਣ ਸਰਕਾਰ ਨੇ ਤਾਂ ਹੁਕਮ ਕਰਨਾ ਹੁੰਦਾ ਵੀ ਹੋਗੀ, ਔਰ ਹੋ ਵੀ ਚੁੱਕੀ ਹੈ। ਨਾ ਉਹਨਾਂ ਨੂੰ ਸ਼ਾਇਦ ਮੰਤਰੀ ਦੇ ਅਧਿਕਾਰਾਂ ਦਾ ਪਤਾ ਹੈ, ਨਾ ਸ਼ਾਇਦ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਪੰਜਾਬ ਸਰਕਾਰ ਨੇ ਹੁਕਮ ਕਰਤੇ ਹੈ। ਅੱਜ ਇਹ ਅਖਬਾਰਾਂ 'ਚ ਬਿਆਨ ਛਪੇ ਹੈ ਔਰ ਬਹੁਤ ਹੀ ਮੈਨੂੰ ਖੁਸ਼ੀ ਹੋਈ ਹੈ ਪੜ੍ਹ ਕੇ ਵੀ ਹੁਣ ਸਰਕਾਰ ਨੇ ਵੀ ਇਹ ਗੱਲ ਮੰਨ ਲਈ ਹੈ ਵੀ ਇਹ ਸਾਡੀ ਜਿਹੜੀ ਮੰਗ ਹੈ ਇਹ ਮੰਨੀ ਗਈ ਹੈ, ਮੰਨੀ ਜਾਣੀ ਚਾਹੀਦੀ ਸੀ। ਇਹ ਲਾਗੂ ਹੋ ਗਿਆ ਜੀ। ਭਾਸ਼ਾ ਪਸਾਰ ਭਾਈਚਾਰੇ ਦੀ ਇਹ ਵੱਡੀ ਪ੍ਰਾਪਤੀ ਹੈ ਜੀ। ਮਿੱਤਰ ਸੈਨ ਜੀਓ, ਚੇਤਾ ਕਰਦਾ ਕਿ ਤੁਹਾਡੇ ਨਾਲ ਘੰਟਿਆਂ ਬੱਧੀ ਪੰਜਾਬੀ ਮਾਂ ਬੋਲੀ ਨੂੰ ਜੀਵਤ ਰੱਖਣ ਦੇ ਲਈ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ, ਗੱਲਾਂ ਕਰਦੇ ਰਹੀਏ। ਪਰ ਕਈ ਵਾਰੀ ਸਮਾਂ ਜਿਹੜਾ ਘੜੀ ਆ ਸਾਡੇ ਵੱਲ ਘੂਰ ਘੂਰ ਕੇ ਝਾਕਣ ਲੱਗ ਪੈਂਦੀ ਆ। ਫਿਰ ਮੈਂ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਫਿਰ ਕਿਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਰੋਤਿਆਂ ਤੇ ਦਰਸ਼ਕਾਂ ਦੀ ਮੈਂ ਦੱਸਦੇ ਹਾਂ ਕਿ ਜਿਹੜੀ ਵੈਬਸਾਈਟ ਹੈ, ਵੈਬਸਾਈਟ ਦਾ ਨਾਮ ਹੈ ਪੰਜਾਬੀ। ਹੁਣ ਮੈਨੂੰ ਅੰਗਰੇਜ਼ੀ 'ਚ ਇਸ ਕਰਕੇ ਬੋਲਣਾ ਪੈਣਾ ਹੈ ਪੰਜਾਬੀ, ਬੋਲਿਆ ਪੰਜਾਬੀ ਹੈ, ਅੰਗਰੇਜ਼ੀ 'ਚ ਲਿਖਣ ਲੱਗਿਆ PUNJABI। B ਦਾ ਮਤਲਬ ਹੈ ਭਾਸ਼ਾ, P ਦਾ ਮਤਲਬ ਹੈ ਪਸਾਰ, B ਦਾ ਮਤਲਬ ਹੈ ਭਾਈਚਾਰਾ .in। ਪੰਜਾਬੀ BPB.in ਤੇ ਜਾ ਕੇ ਤੁਸੀਂ ਇਸ ਵੈਬਸਾਈਟ ਨੂੰ ਖੋਲ੍ਹ ਕੇ ਇਹਦੇ ਵਿੱਚੋਂ ਪੂਰੀ ਕਾਨੂੰਨੀ ਪੜ੍ਹਾਈ ਪੰਜਾਬੀ ਮਾਂ ਬੋਲੀ ਬਾਬਤ ਕਰ ਸਕਦੇ ਹੋ। ਤੇ ਜਿਹੜੀ ਹੁਣੇ ਦੂਜੀ ਗਦਰ ਲਹਿਰ ਦਾ ਬਿਗਲ ਕਿਤਾਬ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਛਾਪੀ ਗਈ ਹੈ, ਇਹ ਤੁਹਾਡੇ ਕੋਲ ਇੱਥੇ ਕੈਨੇਡਾ, ਅਮਰੀਕਾ ਤੇ ਦੂਜੇ ਮੁਲਕਾਂ ਦੇ ਵਿੱਚ ਕੁਝ ਕੁ ਹਫ਼ਤਿਆਂ ਤੱਕ ਪਹੁੰਚ ਜਾਏਗੀ, ਕਿਉਂਕਿ ਉਹਦੀ ਪ੍ਰਾਪਤੀ ਹੈ ਜਿਹੜੀ ਜਲਦੀ ਹੋ ਜਾਏਗੀ। ਪਰ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਨੇ ਉੱਥੇ ਕਿਤਾਬ ਆ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ 2.5 ਵਰ੍ਹਿਆਂ ਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਣਗੀਆਂ। ਤੇ ਯਤਨ ਹੈ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਹੜੀ ਇਹ ਸੰਸਥਾ ਤੁਹਾਡੀ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਬਣੀ ਹੈ, ਉਹ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਮਿੱਤਰ ਸੈਨ, ਮੀਤ ਜੀ, ਹਰੀਚੰਦ ਅਰੋੜਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਬੜੇ ਉੱਘੇ ਵਕੀਲ ਨੇ, ਉਹ ਤੇ ਇੱਕ ਵਕੀਲ ਹੋਰ ਨੇ, ਇਹ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਨੇ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਕੁਝ ਨਾ ਕੁਝ ਹੋਰ ਜਿਹੜੀਆਂ ਪ੍ਰਾਪਤੀਆਂ ਨੇ ਇਹਦੇ ਰਾਹੀਂ ਹੋਣਗੀਆਂ ਤੇ ਪੰਜਾਬੀ ਮਾਂ ਬੋਲੀ ਨੂੰ ਇਸੇ ਤਰ੍ਹਾਂ
ਚੜ੍ਹਦੀ ਕਲਾ, ਇਹ ਚੜ੍ਹਦੀ ਕਲਾ ਸਿੱਖੀ ਦਾ ਸ਼ਬਦ ਹੈ। ਇਸ ਭਾਸ਼ਾ ਨੂੰ ਚੜ੍ਹਦੀ ਕਲਾ 'ਚ ਹੋਰ ਲਿਜਾਣ ਦੇ ਲਈ ਹੋਰ ਯਤਨ ਜਿੱਥੇ ਇਸ ਧਰਤੀ ਤੋਂ ਆਰੰਭੇ ਗਏ ਨੇ, ਉੱਥੇ ਤੁਹਾਡੇ ਵਰਗੀ ਸੁਘੜ ਜਿਹੜੀ ਟੀਮ ਬੈਠੀ ਹੈ, ਉਹ ਨਾਲ ਕਾਨੂੰਨੀ ਤੌਰ ਦੇ ਉੱਤੇ ਦਾ ਪੇਚ ਖੇਡ ਕੇ ਸਰਕਾਰਾਂ ਦੇ ਨਾਲ ਤੇ ਅੱਗੇ ਨੂੰ ਵਧਦੇ ਰਹਾਂਗੇ। ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਮਾਂ ਬੋਲੀ ਪੰਜਾਬੀ ਦੀਆਂ ਜੋ ਸੇਵਾਵਾਂ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਨੇ ਕੀਤੀਆਂ, ਉਹਦੀਆਂ ਪ੍ਰਾਪਤੀਆਂ, ਉਹਦੀਆਂ ਅਗਲੇ ਜਿਹੜੀਆਂ ਸਾਡੇ ਯਤਨ ਹੋਣਗੇ, ਉਹਦੀ ਜਾਣ ਪਹਿਚਾਣ ਕਰਾਈ। ਬਹੁਤ ਬਹੁਤ ਧੰਨਵਾਦ ਇਸ ਅਦਾਰੇ ਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਆਉਣ ਵਾਲੇ ਸਮੇਂ 'ਚ ਫਿਰ ਗੱਲਬਾਤ ਕਰਦੇ ਹਾਂ ਜੀ।